ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਕੀ ਹਾਲਾਤ ਨੇ ਕਰੋਨਾ ਵਾਇਰਸ ਦੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਚਰਨਜੀਤ ਸਿੰਘ ਜੁਬਸੇਡੀ, ਜਰਨੈਲ ਸਿੰਘ ਲਿਨਵੁੱਡ, ਸਰਬਜੀਤ ਸਿੰਘ ਟਰਲਿਕ, ਜਸਵਿੰਦਰ ਸਿੰਘ ਹਿਊਸਟਨ, ਮਨਜੀਤ ਸਿੰਘ ਦੇਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਾਂ ਭਾਰਤ ਦੀ ਪ੍ਰਾਪਤੀ ਦੀ ਜੇ ਗੱਲ ਕਰ ਲਈਏ, ਕਹਿੰਦੇ ਕੇਂਦਰ ਦੀ ਸਰਕਾਰ ਵੱਲੋਂ ਕਰੋਨਾ ਨੂੰ ਦਾ ਇਲਾਜ ਆ ਜਿਹੜਾ ਉਹ ਕੱਢਣ ਦਾ ਦਾਅਵਾ ਆ, ਰੋਕਣ ਦਾ ਕਰ ਰਹੇ ਫੈਲਾਅ ਜਿਹੜਾ ਜੀ ਕਹਿੰਦੇ ਕਿ ਜਿਹੜਾ ਅਸੀਂ ਰੋਕ ਲਿਆ ਕਿ ਇਹ ਜਿਹੜਾ ਜੀ ਕੱਲ੍ਹ ਦਾਅਵਾ ਸਿਹਤ ਮੰਤਰਾਲੇ ਦੇ ਵੱਲੋਂ, ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਔਰ ਇਹ ਕਿਹਾ ਗਿਆ ਜੀ ਕਿ COVID-19 ਦੇ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਫੈਲਾਅ ਹੋ ਰਿਹਾ ਸੀਗਾ ਉਹਨੂੰ ਕਾਫੀ ਹੱਦ ਤੱਕ ਰੋਕ ਲਿਆ ਗਿਆ। ਮੰਤਰਾਲਾ ਇਹ ਕਹਿੰਦਾ ਜੀ ਕਿ COVID-19 ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਸਮਾਂ ਪਹਿਲਾਂ ਨਾਲੋਂ ਵੱਧ ਗਿਆ ਔਰ ਵਾਇਰਸ ਦੀ ਲਾਗ ਤੋਂ ਉੱਭਰਨ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ 19.99% ਦਾ ਵਾਧਾ ਜਿਹੜਾ ਜੀ ਉਹ ਹੋਇਆ। ਦੇਸ਼ ਦੇ ਵਿੱਚ COVID-19 ਹਾਲਾਤ ਦੇ ਬਾਰੇ ਜਾਣਕਾਰੀ ਜਿਹੜੀ ਇਹ ਦਿੱਤੀ ਗਈ ਸੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਜਿਹਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਕਹੀ ਗਈ ਆ ਕਿ ਮਾਰਚ 23 ਤੱਕ ਦੇਸ਼ ਭਰ ਦੇ ਵਿੱਚ 15,000 ਦੇ ਕਰੀਬ ਟੈਸਟ ਕੀਤੇ ਗਏ ਤੇ 22 ਅਪ੍ਰੈਲ ਤੱਕ ਇਹ ਗਿਣਤੀ 5 ਲੱਖ ਨੂੰ ਚਲੇਗੀ ਟੈਸਟਾਂ ਦੀ, ਜਿਹੜੀ ਕਿ ਪਿਛਲੇ 30 ਦਿਨਾਂ ਦੇ ਵਿੱਚ 33 ਗੁਣਾ ਜਿਹੜੀ ਉਹ ਬਣਦੀ ਹੈ। ਔਰ ਇਹ ਕਿਹਾ ਗਿਆ ਕਿ ਅਸੀਂ ਇਸ ਤੱਥ ਤੋਂ ਜਾਣੂ ਆ ਕਿ ਇਹ ਗਿਣਤੀ ਵੀ ਥੋੜ੍ਹੀ ਆ, ਸਾਨੂੰ ਦੇਸ਼ ਦੇ ਵਿੱਚ ਲਗਾਤਾਰ ਟੈਸਟਿੰਗ ਦੇ ਕੰਮ ਨੂੰ ਵਧਾਉਣਾ ਪਊਗਾ। COVID-19 ਕੇਸਾਂ ਦੇ ਵਿੱਚ ਜੇ 16 ਗੁਣਾ ਵਾਧਾ ਹੋਇਆ ਤਾਂ ਅਸੀਂ ਟੈਸਟਿੰਗ ਦਾ ਕੰਮ 24 ਗੁਣਾ ਜਿਹੜਾ ਜੀ ਉਹ ਵਧਾਇਆ, ਇਹ ਦਾਅਵਾ ਕੀਤਾ ਗਿਆ। ਦੂਜੇ ਪਾਸੇ ਜਿਹੜੀਆਂ ਮੌਤਾਂ ਦੀ ਗਿਣਤੀ ਹੈ ਜੀ ਉਹ ਵੱਧ ਕੇ 686 ਜਿਹੜੀ ਹੋ ਗਈ ਹੈ। ਜੇ ਆਪਾਂ ਜਿਹੜਾ COVID-19 ਟਰੈਕਰ ਹੈ ਜਿਹਦੇ ਉੱਤੇ ਮਿੰਟ ਬਾਈ ਮਿੰਟ ਦੀ ਆਉਂਦੀ ਹੈ ਤੇ ਉਹ ਇਸ ਵੇਲੇ ਜਿਹੜਾ ਸ਼ੋਅ ਕਰ ਰਿਹਾ ਜੀ ਉਹ 23,039 ਕੇਸ ਜਿਹੜੇ ਆ ਉਹ ਸ਼ੋਅ ਕਰ ਰਿਹਾ। ਮਹਾਰਾਸ਼ਟਰ ਟੌਪ ਦੇ ਉੱਤੇ ਹੈ ਜੀ, ਕਿਤੇ ਸਭ ਤੋਂ ਜ਼ਿਆਦਾ ਕੇਸ ਇਸ ਵੇਲੇ ਹਨ ਔਰ ਕੱਲ੍ਹ ਬੜੀ ਵੱਡੀ ਗਿਣਤੀ ਦੇ ਵਿੱਚ ਰਾਤ ਤੱਕ ਜਿਹੜੇ ਸੀਗੇ ਜੀ ਉਹ ਆਏ। ਗੁਜਰਾਤ ਹੁਣ ਦੂਜੇ ਨੰਬਰ ਦੇ ਉੱਤੇ ਜਿਹੜਾ ਆ ਗਿਆ ਤੇ ਦਿੱਲੀ ਇੱਥੇ ਤੀਜੇ ਨੰਬਰ ਦੇ ਉੱਤੇ ਚਲੇ ਗਿਆ। ਚੌਥੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਰਾਜਸਥਾਨ ਹੈ, ਜੇ ਆਪਾਂ ਗਿਣਤੀ ਵਾਈਜ਼ ਜਿਹੜਾ ਉਹ ਕਰੀਏ। ਜਿਹੜੇ ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਨਵੇਂ ਆਏ ਕੇਸ ਆ ਉਹਨਾਂ ਦੇ ਵਿੱਚੋਂ 20% ਦੇ ਕਰੀਬ ਕਹਿੰਦੇ ਕਿ ਠੀਕ ਹੋ ਗਏ ਨੇ ਔਰ ਇਹ ਵੀ ਕਿਹਾ ਕਿ ਜਿਹੜੀ ਠੀਕ ਹੋਣ ਵਾਲਿਆਂ ਦੀ ਗਿਣਤੀ ਆ ਉਹ 4325 ਦੇ ਨੇੜੇ ਜਿਹੜਾ ਜੀ ਉਹ ਪਹੁੰਚ ਗਈ ਆ, ਜਿੰਨਾ ਇਹ ਕੇਂਦਰੀ ਜਿਹੜਾ ਸਿਹਤ ਮੰਤਰਾਲਾ ਉਹਦੇ ਵੱਲੋਂ ਜਿਹੜਾ ਦਾਅਵਾ ਜਿਹੜਾ ਕੀਤਾ ਗਿਆ ਉਹਦੇ ਅਨੁਸਾਰ। ਇਹ ਵੀ ਕਿਹਾ ਗਿਆ ਜੀ ਕਿ ਗੁਜਰਾਤ ਦੇ ਵਿੱਚ 8 ਔਰ ਆਂਧਰਾ ਪ੍ਰਦੇਸ਼ ਦੇ ਵਿੱਚ 3, 2 ਰਾਜਸਥਾਨ ਤੇ ਦਿੱਲੀ ਦੇ ਵਿੱਚ ਮੌਤ ਤੋਂ ਬਾਅਦ ਤੇਲੰਗਾਨਾ ਤੇ ਮੱਧ ਪ੍ਰਦੇਸ਼ ਦੇ ਵਿੱਚ ਡੈਥ ਜਿਹੜੀਆਂ ਜੀ ਉਹ ਹੋਈਆਂ ਨੇ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ 269 ਮੌਤਾਂ ਹੋਈਆਂ ਨੇ, ਗੁਜਰਾਤ ਦੇ ਵਿੱਚ 103, ਮੱਧ ਪ੍ਰਦੇਸ਼ 81, ਦਿੱਲੀ ਦੇ ਵਿੱਚ 48 ਡੈਥ ਜਿਹੜੀਆਂ ਉਹ ਹੋਈਆਂ ਨੇ। ਦੂਸਰਾ ਇਹ ਜ਼ਰੂਰ ਜਿਹੜਾ ਜੀ ਹੈ ਕਿ ਜਿਹੜੇ ਰਾਜਾਂ ਦੇ ਵਿੱਚ ਇਹ ਅੰਕੜਾ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਵੱਧ ਰਿਹਾ ਉਹਦੇ ਵਿੱਚ ਜਿਵੇਂ ਪਹਿਲਾਂ ਵੀ ਕਿਹਾ ਕਿ ਮਹਾਰਾਸ਼ਟਰ ਜਿਹੜਾ ਜੀ ਉਹ ਹੈ ਔਰ ਮਹਾਰਾਸ਼ਟਰ ਦੇ ਜਿਹੜੀ ਇਹ ਝੋਪੜ ਪੱਟੀ ਆ ਧਾਰਵੀ ਜਿਹੜੀ ਹੈ ਉੱਥੇ ਬੜੀ ਤੇਜ਼ੀ ਦੇ ਨਾਲ ਅਜੇ ਵੀ ਇਹ ਵਾਧਾ ਹੋ ਰਿਹਾ ਔਰ ਬੰਬੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਹੌਸਪੀਟਲ ਨੇ ਜੀ ਉਹਨਾਂ ਨੂੰ ਤਕਰੀਬਨ ਉਹ ਸੀਲ ਕੀਤੇ ਹੋਏ ਨੇ ਔਰ ਜਿਹੜੀ ਉਦੋਂ ਵੀ ਜਿਹੜੀ ਫਿਕਰਮੰਦੀ ਵਾਲੀ ਗੱਲ ਹੈ ਜੀ ਉਹ ਇਹ ਆ ਕਿ ਜਿਹੜਾ ਸਟਾਫ ਹੈ ਜੀ, ਡਾਕਟਰ ਨਰਸਾਂ ਜਿਹੜੀਆਂ ਜੀ ਉਹ ਸ਼ਾਮਲ ਨੇ, ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਪੋਜ਼ਿਟਿਵ ਹੋ ਰਹੇ ਆ ਇਲਾਜ ਕਰਦੇ। ਬੰਬੇ ਦੇ ਵਿੱਚ ਜਿਹੜਾ ਜੀ ਉਹ ਖਾਸ ਤੌਰ ਦੇ ਉੱਤੇ 4 ਦਰਜਨ ਦੇ ਕਰੀਬ ਜਿਹੜੇ ਡਾਕਟਰ ਤੇ ਨਰਸਾਂ ਜਿਹੜੀਆਂ ਨੇ ਉਹ ਪੋਜ਼ਿਟਿਵ ਕੱਲ੍ਹ ਪਾਏ ਗਏ ਆ। ਇਹ ਸਭ ਤੋਂ ਵੱਡੀ ਫਿਕਰਮੰਦੀ ਵਾਲੀ ਗੱਲ ਜੀ। ਜਿਹੜੇ ਇਲਾਜ ਕਰਨ ਵਾਲੇ ਆ ਉਹ ਨਹੀਂ ਪੋਜ਼ਿਟਿਵ ਹੋਣੇ ਚਾਹੀਦੇ। ਅੱਗੇ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੇ ਵਿੱਚ ਕੇਸ ਵਧਣੇ ਸ਼ੁਰੂ ਆ, ਇੱਕ ਬੱਚੀ ਦੀ ਮੌਤ ਵੀ ਹੋਈ। ਪੰਜਾਬ ਦੇ ਵਿੱਚ ਜਿਹੜੇ ਇਹਦੀ
ਜਿੱਥੇ ਜਿੱਥੇ ਇਹ ਕੇਸ ਜ਼ਿਆਦਾ ਆ ਰਹੇ ਆ ਜੀ, ਉੱਥੋਂ ਜਿੱਥੋਂ ਦੀ ਹਾਲਤ ਗੰਭੀਰ ਆ, ਉਹ ਜਲੰਧਰ ਦੀ ਆ, ਪਟਿਆਲੇ ਦੀ ਬੇਹੱਦ ਹਾਲਤ ਗੰਭੀਰ ਆ ਜੀ। ਔਰ ਹਾਂ, ਇਹਦੇ ਵਿੱਚ ਇੱਕ ਪੋਜ਼ੀਟਿਵ ਗੱਲ ਇਹ ਜ਼ਰੂਰ ਹੈਗੀ ਹੈ ਜੀ ਕਿ ਮੋਗਾ, ਫਤਿਹਗੜ੍ਹ ਸਾਹਿਬ, ਰੋਪੜ ਦੇ ਵਿੱਚ ਸਾਰੇ ਮਰੀਜ਼ ਜਿਹੜੇ ਆ ਜੀ ਉਹ ਠੀਕ ਹੋ ਗਿਆ। ਇਹ 3 ਜ਼ਿਲ੍ਹੇ ਨੇ ਜੀ ਜਿਹੜੇ ਕਿ ਕਰੋਨਾ ਵਾਇਰਸ ਫ੍ਰੀ ਜਿਹੜੇ ਉਹ ਐਲਾਨੇ ਗਏ ਆ। ਜਿਹੜੇ ਲਾਸਟ ਜਿਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਜੀ, ਉਹਨਾਂ ਨੂੰ ਵੀ ਜਿਹੜਾ ਜੀ ਉਹ ਘਰੀ ਭੇਜ ਦਿੱਤਾ ਗਿਆ, ਭਾਵ ਕਿ ਉਹ ਜਾਣ ਦੇ ਨਾਲ ਇਹ ਜਿਹੜੇ 3 ਜ਼ਿਲ੍ਹੇ ਸੀਗੇ ਜੀ, ਇੱਥੇ ਹੁਣ ਕੋਈ ਕਰੋਨਾ ਦਾ ਕੇਸ ਨਹੀਂ ਗਾ। ਕੱਲ ਜਿਹੜਾ ਸੀਗਾ ਜੀ PGI ਦੇ ਵਿੱਚ ਫਗਵਾੜੇ ਦੀ ਇਲਾਜ ਹੋ ਰਹੀ ਜਿਹੜੀ ਬੱਚੀ ਸੀਗੀ 6 ਮਹੀਨੇ ਦੀ, ਸਿਰਫ ਐਕਚੁਅਲੀ ਇਹਦੇ ਦਿਲ ਦੇ ਵਿੱਚ ਛੇਦ ਸੀਗਾ ਔਰ ਉਹਦਾ ਇਲਾਜ ਕਰਾਉਣ ਦੇ ਵਾਸਤੇ ਇਹ PGI ਗਈ ਔਰ PGI ਤੋਂ ਇਹਨੂੰ ਜਿਹੜਾ ਜੀ ਉਹ ਕਰੋਨਾ ਵਾਇਰਸ ਉੱਥੋਂ ਹੋਇਆ ਦੱਸਿਆ ਜਾ ਰਿਹਾ। ਉੱਥੋਂ ਇਹਦੀ ਜਿਹੜੀ ਜੀ ਹੁਣ ਡੈਥ ਹੋ ਗਈ ਇਸ ਛੋਟੀ ਬੱਚੀ ਦੀ। ਔਰ ਸਭ ਤੋਂ ਸ਼ਾਇਦ ਛੋਟੀ ਜਿਹੜੀ ਦੀ ਉਮਰ ਦੀ ਭਾਰਤ ਦੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਤੇ ਡੈਥ ਜਿਹੜੀ ਹੋਣ ਵਾਲੀ ਉਹ ਬੱਚੀ ਇਹ ਹੋ ਗਈ। ਔਰ ਉੱਥੇ ਵੀ ਫਿਰ ਫਿਕਰਮੰਦੀ ਉਹ ਬੰਬੇ ਵਾਲੀ ਹੋ ਗਈ ਕਿ ਜਿਹੜੇ ਵਾਰਡ ਦੇ ਵਿੱਚ, ਬੱਚਿਆਂ ਦੇ ਵਾਰਡ ਦੇ ਵਿੱਚ ਇਹਨੂੰ ਰੱਖਿਆ ਗਿਆ ਸੀ, ਉੱਥੋਂ ਹੁਣ ਬੱਚੇ ਸਾਰੇ ਤਬਦੀਲ ਕੀਤੇ ਗਏ ਔਰ ਜਿਹੜੇ ਇਹਦਾ ਇਲਾਜ ਕਰਨ ਵਾਲੇ ਡਾਕਟਰ ਤੇ ਨਰਸ ਸੀ ਉਹਨਾਂ ਨੂੰ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਗਿਆ ਵੀ ਕਿਤੇ ਇਹ ਲਾਗ ਉਹਨਾਂ ਤੱਕ ਨਾ ਪਹੁੰਚ ਗਈ ਹੋਵੇ। ਅੰਮ੍ਰਿਤਸਰ ਦੇ ਵਿੱਚ ਕ੍ਰਿਸ਼ਨਾ ਨਗਰ ਇਲਾਕਾ ਜਿਹੜਾ ਹੈ ਜੀ ਉਹ ਪਿਛਲੇ ਕੁਝ ਦਿਨਾਂ ਤੋਂ ਇੱਥੇ ਪੋਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਇਹ ਅੰਮ੍ਰਿਤਸਰ ਦਾ ਹੌਟ ਸਪੌਟ ਇਲਾਕਾ ਜਿਹੜਾ ਜੀ ਉਹ ਬਣਿਆ ਹੋਇਆ, ਏਰੀਆ ਬਣਿਆ ਹੋਇਆ ਔਰ ਸਿਹਤ ਵਿਭਾਗ ਪੂਰਾ ਜਿਹੜਾ ਜੀ ਉਹ ਜ਼ੋਰ ਇੱਥੇ ਆਪਣਾ ਲਾ ਰਿਹਾ। ਇੱਥੋਂ ਇੱਕੋ ਪਰਿਵਾਰ ਦੇ 2 ਜੀ ਜਿਹੜੇ ਸੀਗੇ ਉਹ ਪੀੜਤ ਪਾਏ ਗਏ, 68 ਸਾਲਾਂ ਦਾ ਵਿਅਕਤੀ ਤੇ 37 ਸਾਲਾਂ ਦਾ ਉਹਦਾ ਮੁੰਡਾ ਜਿਹੜਾ ਜੀ ਉਹ ਸ਼ਾਮਿਲ ਹੈ। ਔਰ 2 ਕਰੋਨਾ ਪੀੜਤ ਮਰੀਜ਼ ਇੱਥੋਂ ਜਿਹੜੇ ਜੀ ਉਹ ਮਿਲੇ ਸੀ, ਇਹ ਵੀ ਦੋਵੇਂ ਪਤੀ ਪਤਨੀ ਸੀਗੇ। ਦੂਸਰੇ ਪਾਸੇ ਜਲੰਧਰ ਦੇ ਵਿੱਚ ਜਿਹੜੀ ਹੈ ਜੀ ਉਹ ਗਿਣਤੀ ਵਧੀ ਹੈ, ਜਲੰਧਰ ਦੇ ਵਿੱਚ 60 ਤੱਕ ਪਹੁੰਚ ਗਈ ਹੋਈ ਹੈ ਜੀ ਗਿਣਤੀ ਜਿਹੜੀ। ਔਰ ਪਿਛਲੇ ਦਿਨੀ ਇਹ ਅੰਕੜਾ 53 ਸੀਗਾ। 7 ਹੋਰ ਮਰੀਜ਼ਾਂ ਦੀ ਰਿਪੋਰਟ ਜਿਹੜੀ ਹੈ ਜੀ ਉਹ ਪੋਜ਼ੀਟਿਵ ਆਈ ਆ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਪੀੜਤ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਦੂਜੇ ਨੰਬਰ ਦੇ ਉੱਤੇ ਆ, ਜਿੱਥੇ ਜਿਹੜੇ ਨਵੇਂ ਮਰੀਜ਼ ਜਿਹੜੇ ਉਹ ਪੋਜ਼ੀਟਿਵ ਪਾਏ ਗਏ ਆ। ਇਹ ਐਕਚੁਅਲੀ ਬਹੁਤੇ ਇੱਕ ਅਖਬਾਰ ਸਮੂਹ ਦੇ ਨਾਲ ਸੰਬੰਧਿਤ ਨੇ ਜੀ, ਇਹ ਕੱਢ ਨਹੀਂ ਰਹੇ ਜਿਹੜਾ ਜੀ ਬਾਹਰ ਕੇ ਦੱਸ ਨਹੀਂ ਰਹੇ ਜੀ, ਰੋਕੇ ਜਾਂਦੇ ਨੇ। ਅਸਲ ਦੇ ਵਿੱਚ ਇਹ ਸਭ ਨੂੰ ਪਤਾ ਜੀ, ਇਹ ਜਿਹੜਾ ਅਖਬਾਰ ਸਮੂਹ ਆ ਉਹ ਜਗਬਾਣੀ ਪੰਜਾਬ ਕੇਸਰੀ ਅਖਬਾਰ ਸਮੂਹ ਆ, ਜਿੱਥੇ ਇਹ ਬਹੁਤੇ ਮਰੀਜ਼ ਜਿਹੜੇ ਜੀ ਉਹ ਪੀੜਤ ਪਾਏ ਗਏ ਆ। ਡੈਸਕ ਦੇ ਉੱਤੇ ਜਿਹੜਾ ਉਹ ਜ਼ਿਆਦਾ ਕੰਮ ਕਰਨ ਵਾਲੇ ਆ। ਟੈਸਟਾਂ ਲਈ ਭੇਜੇ ਗਏ 248 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਆ। ਫਰੀਦਕੋਟ ਮੈਡੀਕਲ ਕਾਲਜ ਤੋਂ ਮਿਲੀ ਰਿਪੋਰਟ ਦੇ ਅਨੁਸਾਰ ਦੀ ਜਲੰਧਰ ਦੇ 8 ਮਰੀਜ਼ਾਂ ਦੀ ਰਿਪੋਰਟ ਜਿਹੜੀ ਆ ਉਹ ਪੋਜ਼ੀਟਿਵ ਜਿਹੜੀ ਉਹ ਪਾਈ ਗਈ ਆ। ਔਰ ਇਹ ਜਿਹੜਾ ਇਹ ਅਖਬਾਰ ਸਮੂਹ ਆ ਇਹਦੇ ਨਾਲ ਸਿੱਧੇ ਰੂਪ ਦੇ ਵਿੱਚ ਇਹ ਜੁੜੇ ਹੋਏ ਵੀ 6 ਜਾਣੇ ਜਿਹੜੇ, ਹਾਲਾਂਕਿ ਜਿਹੜੀ ਇਹ ਗਿਣਤੀ ਆ ਉਹ ਜ਼ਿਆਦਾ ਵੀ ਦੱਸ ਰਹੇ ਆ, ਕਿਉਂਕਿ ਜਿਨ੍ਹਾਂ ਨੇ ਇਹ ਦਫ਼ਤਰ ਵੇਖਿਆ ਉਹਨਾਂ ਨੂੰ ਪਤਾ ਕਿ ਜਿੰਨੀ ਭੀੜੀ ਗਲੀ ਦੇ ਵਿੱਚ ਜਾ ਕੇ ਇਹ ਦਫ਼ਤਰ ਹੈ ਔਰ ਜਿੰਨੇ ਕੁ ਥਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਕੰਮ ਜਿਹੜਾ ਵੀ ਉਹ ਕਰਦੇ ਆ ਲੋਕ, ਔਰ ਉਹਨਾਂ ਦਾ ਜਿਹੜਾ ਲੰਚ ਰੂਮ ਹੈ ਉਹ ਜਿਹੋ ਜਿਹਾ ਭੀੜੇ ਟਾਈਪ ਦਾ ਜਿਹੜਾ ਵੀ ਉਹ ਹੈ। ਚਲੋ ਚੰਗਾ ਹੋਵੇ ਕਿ ਹੋਰ ਜਿਹੜਾ ਜੀ ਉਹ ਨਾ ਹੋਵੇ, ਪਰ ਇਹ ਕਿਹਾ ਜਾ ਰਿਹਾ ਕਿ ਕੁਝ ਜਿਹੜੇ ਸੈਂਪਲ ਨੇ ਹੋਰ ਵੀ ਇੱਥੇ ਲਏ ਗਏ ਆ। ਇਸ ਮੀਡੀਆ ਹਾਊਸ ਦੇ ਨਾਲ ਸਿੱਧੇ ਤੌਰ ਤੇ 13 ਤੇ ਸਿੱਧੇ ਤੌਰ ਦੇ ਉੱਤੇ 10 ਮਰੀਜ਼ਾਂ ਦੀ ਪੁਸ਼ਟੀ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਬਾਕੀ ਮਿੱਠਾ ਬਾਜ਼ਾਰ, ਭੈਰੋ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਮਕਸੂਦਾਂ, ਕੋਟਲਾ ਹੇਰਾ ਤੇ ਵਿਰਕਾਂ ਦੇ ਨਾਲ ਜਿਹੜੇ ਜੀ ਉਹ ਸੰਬੰਧਿਤ ਦੱਸੇ ਗਏ ਆ ਜਲੰਧਰ ਦੇ ਵਿੱਚ ਜੀ। ਤੇ ਅੱਗੇ ਗੱਲ ਕਰਦੇ ਹਾਂ ਪਟਿਆਲੇ ਦੇ ਵਿੱਚ ਜਿਹੜੇ ਲੋਕ ਆ ਉਹ ਪੋਜ਼ਿਟਿਵ ਪਾਏ ਗਏ ਆ, ਪੁਲਿਸ ਨੇ ਉਹਨਾਂ ਤੇ ਪਰਚੇ ਦਰਜ ਕੀਤੇ। ਐਕਚੁਅਲੀ ਜਿਹੜੇ ਪਰਚੇ ਦਰਜ ਕੀਤੇ ਆ ਜੀ, ਇਹ ਇਸ ਕਰਕੇ ਪਰਚੇ ਦਰਜ ਕੀਤੇ ਆ ਕਿ ਇਹਨਾਂ ਨੂੰ ਬਹੁਤ ਕੁਝ ਪਤਾ ਸੀਗਾ, ਇਹਨਾਂ ਨੇ ਜਾਣ ਬੁੱਝ ਕੇ ਕੀਤਾ। ਪਰ ਮੇਨ ਜਿਹੜਾ ਰੀਜ਼ਨ ਇਹ ਹੈ ਕਿ ਜਿਹੜੇ ਕਰਫਿਊ ਪਾਸ ਇਹਨਾਂ ਨੇ ਲਏ ਸੀਗੇ ਉਹ ਕਰਫਿਊ ਪਾਸ ਇਹਨਾਂ ਨੇ ਮਿਸਯੂਜ਼ ਕੀਤੇ ਜੀ। ਲਏ ਤਾਂ ਸੀਗੇ ਇਹਨਾਂ ਨੇ ਲੰਗਰ ਵਰਤਾਉਣ ਦੇ ਵਾਸਤੇ, ਢੋਈ ਗਏ ਕਿਤਾਬਾਂ ਉਹਦੀ ਆੜ ਦੇ ਵਿੱਚ। ਤੁਸੀਂ ਦੇਖੋ ਲੋਕ ਕਰਦੇ ਕੀ ਨੇ ਜੀ, ਇਹ ਲੋਕ ਸਮਝ ਹੀ ਨਹੀਂ ਰਹੇ ਜੀ, ਚਾਹੇ ਇਹ ਕਿਤਾਬਾਂ ਵਾਲੇ ਨੇ ਤੇ ਚਾਹੇ ਹੁੱਕਾ ਹਾਊਸ ਵਾਲੇ ਜਿਹੜੇ ਨੇ ਜੀ। ਜਿਹੜੇ ਇਹ ਸਮਾਜ ਸੇਵੀ ਸੀਗਾ ਉਹਦੇ ਤੇ ਜਿਹੜੇ ਕਿਤਾਬਾਂ ਵੇਚਣ ਵਾਲਾ ਸੀਗਾ ਉਹਦੇ ਖਿਲਾਫ ਪੁਲਿਸ ਨੇ ਕੇਸ ਦਰਜ ਜਿਹੜਾ ਜੀ ਉਹ ਕੀਤਾ।
ਦਰਜ ਕੇਸ ਦੇ ਮੁਤਾਬਕ ਆਪਣੇ ਨਿੱਜੀ ਕਾਰੋਬਾਰ ਦੇ ਵਾਸਤੇ ਕਰਫਿਊ ਦਾ ਉਲੰਘਣ ਕਰਦਿਆਂ ਇਹਨਾਂ ਦੋਵਾਂ ਨੇ ਹੋਰਾਂ ਦੀਆਂ ਜ਼ਿੰਦਗੀਆਂ ਦੇ ਵਾਸਤੇ ਖਤਰਾ ਪੈਦਾ ਕਰਨ ਵਾਲਾ ਗੈਰ ਜ਼ਿੰਮੇਵਾਰਾਨਾ ਰਵੱਈਆ ਜਿਹੜਾ ਜੀ ਉਹ ਅਪਣਾਇਆ, ਜਿਹਦੇ ਕਰਕੇ ਜਿਹੜੀ ਹੈ ਜੀ ਇਹਨਾਂ ਦੀ ਇਕੱਠੀ ਕੀਤੀ ਟਰੈਵਲ ਹਿਸਟਰੀ ਤੇ ਮੁੱਢਲੀ ਤਫਤੀਸ਼ ਜਿਹੜੀ ਹੈ ਜੀ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਲੈ ਕੇ ਗੱਡੀ ਜਾਂਦੇ ਸੀ ਜ਼ੀਰਕਪੁਰ, ਉੱਥੋਂ ਚੁੱਕਦੇ ਸੀ ਕਿਤਾਬਾਂ, ਔਰ ਕਿਤਾਬਾਂ ਇੱਥੇ ਜਿਹੜੀਆਂ ਲਿਆ ਕੇ ਵੇਚਦੇ ਸੀਗੇ, ਔਰ ਜਿਹੜੇ ਰਾਸ਼ਨ ਵੰਡਦੇ ਸੀਗੇ, ਰਾਸ਼ਨ ਵੀ ਵੰਡਦੇ ਸੀਗੇ, ਉਹਦੇ ਕਰਕੇ 500 ਦੇ ਕਰੀਬ ਜਿਹੜੇ ਮੈਂਬਰ ਨੇ ਪਰਿਵਾਰਾਂ ਦੇ, ਉਹਨਾਂ ਨੂੰ ਕੁਆਰੰਟਾਈਨ ਕੀਤਾ ਹੋਇਆ। ਦੂਜੇ ਪਾਸੇ ਜਿਹੜਾ ਕਿਤਾਬਾਂ ਵਾਲੇ ਤਕਰੀਬਨ 120 ਦੇ ਕਰੀਬ ਜਿਹੜੇ ਪਰਿਵਾਰ ਸੀ, ਜਿਹੜੇ ਉਹ ਕਿਤਾਬਾਂ ਇਹਨਾਂ ਤੋਂ ਲੈ ਕੇ ਗਏ, ਉਹਨਾਂ ਨੂੰ ਵੀ ਜਿਹੜਾ ਜੀ ਉਹ ਕੁਆਰੰਟਾਈਨ ਕੀਤਾ ਹੋਇਆ। ਔਰ ਇਹ ਜਿਹੜਾ ਕਿਤਾਬਾਂ ਵਾਲਾ ਹੈ ਜੀ, ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਉਹ ਪੋਜ਼ਿਟਿਵ ਪਾਏ ਗਏ ਆ ਜੀ। ਪਟਿਆਲਾ ਸ਼ਹਿਰ ਦੇ ਵਿੱਚ ਇਹਨਾਂ 4 ਪਰਿਵਾਰਾਂ ਦੇ 17 ਮੈਂਬਰ ਨੇ ਤੇ 19 ਜਣੇ ਜਿਹੜੇ ਜੀ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਆ। ਰਾਜਪੁਰਾ ਦੇ ਵਿੱਚ 30 ਜਣੇ ਜਿਹੜੇ ਜੀ ਉਹ ਪੋਜ਼ਿਟਿਵ ਪਾਏ ਗਏ ਆ, ਔਰ ਰਾਜਪੁਰਾ ਦੇ ਵਿੱਚ ਤਾਂ ਜਿਹੜੀ ਜੀ ਉਹ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਆ, ਕਿਉਂਕਿ ਜਿਹੜਾ ਇੱਥੇ ਇੱਕ ਡਾਕਟਰ ਆ ਜੀ, ਉਹ ਵੀ ਪੋਜ਼ਿਟਿਵ ਪਾਇਆ ਗਿਆ। ਹੁਣ ਉਹਦੇ ਤੋਂ 400 ਦੇ ਕਰੀਬ ਲੋਕਾਂ ਨੇ ਇਲਾਜ ਕਰਾਇਆ ਦੱਸਿਆ ਜਾ ਰਿਹਾ ਜੀ, ਔਰ ਜਿਨ੍ਹਾਂ ਨੇ ਇਲਾਜ ਕਰਾਇਆ ਉਹ ਇਹ ਹੁੱਕਾ ਵਾਲੇ ਜਿਹੜੇ ਸੀਗੇ ਜੀ ਉਹ ਡਾਕਟਰ ਨੂੰ ਵੀ ਕਰ ਗਏ। ਤੇ ਇੱਥੇ ਜਿਹੜਾ ਸੀਗਾ ਜੀ 2 ਜਣਿਆਂ ਦੇ ਉੱਤੇ ਮਾਮਲਾ, 2 ਸਕੇ ਭਰਾ ਨੇ ਜੀ, ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਰਾਜਪੁਰਾ ਦੇ ਜਿਹੜੇ ਆ, ਇਹਨਾਂ ਦੀ ਜਿਹੜੀ ਮਾਂ ਸੀਗੀ ਜੀ ਉਹ ਸਭ ਤੋਂ ਪਹਿਲਾਂ ਪੋਜ਼ਿਟਿਵ ਆਈ ਸੀਗੀ, ਔਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਮੈਂਬਰ ਨੇ ਉਹ ਵੀ ਪੋਜ਼ਿਟਿਵ ਜਿਹੜੇ ਉਹ ਪਾਏ ਗਏ। ਇਹ ਵੀ ਕਿਹਾ ਗਿਆ ਜੀ ਕਿ ਇਹਨਾਂ ਜਦੋਂ ਕਰਫਿਊ ਲੱਗਾ ਹੋਇਆ ਸੀਗਾ ਤੇ ਇਹਨਾਂ ਨੇ ਲੋਕਾਂ ਦੇ ਨਾਲ ਮੇਲ ਮਿਲਾਪ ਜਾਰੀ ਰੱਖਿਆ। ਰਾਜਪੁਰਾ ਤੋਂ ਬਾਹਰ ਜਿਹੜਾ ਸੀ ਜਾਂਦੇ ਰਹੇ। ਰਾਜਪੁਰਾ ਵਿਚਲੇ 30 ਮਰੀਜ਼ਾਂ ਦੇ ਵਿੱਚੋਂ 1.5 ਦਰਜਨ 4 ਪਰਿਵਾਰਾਂ ਦੇ ਮੈਂਬਰ ਨੇ, ਜਿਨ੍ਹਾਂ ਦੇ ਜਾਣਕਾਰ ਇੱਕ ਥਾਣੇਦਾਰ ਤੇ ਅੱਗੋਂ ਇਹਨਾਂ ਦੇ 4 ਮੈਂਬਰ ਜਿਹੜੇ ਜੀ ਉਹ ਸ਼ਾਮਲ ਨੇ। ਹੁਣ ਸਭ ਤੋਂ ਵੱਡਾ ਜਿਹੜਾ ਨਾ ਜੀ ਸਵਾਲ ਇਸ ਵੇਲੇ ਰਾਜਪੁਰੇ ਦੇ ਹਲਕੇ ਦੇ ਵਿੱਚ ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਜੀ ਇਹ ਉੱਠ ਰਿਹਾ ਕਿ ਇਹ ਜਿਹੜੇ ਜੂਆ ਘਰ ਤੇ ਹੁੱਕਾ ਹਾਊਸ ਕਿਹਦੇ ਸੀਗੇ। ਇਹ ਰਾਜਨੀਤਿਕ ਵਿਅਕਤੀ ਦੀ ਸ਼ਹਿ ਦੇ ਉੱਤੇ ਚੱਲਦੇ ਸੀਗੇ ਜੀ, ਔਰ ਇਹਨਾਂ ਦਾ ਜ਼ਿਕਰ ਪਹਿਲਾਂ ਵੀ ਹੁੰਦਾ ਰਿਹਾ ਕਿ ਇਸ ਕਿਸਮ ਦੇ ਨਾਲ ਆਹ ਚੀਜ਼ਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ ਇਸ ਜਗ੍ਹਾ ਦੇ ਉੱਤੇ। ਕਿਸੇ ਨੇ ਧਿਆਨ ਨਹੀਂ ਦਿੱਤਾ, ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਕਰੋਨਾ ਵਾਇਰਸ ਦੇ ਵਿੱਚ ਕਿੱਡਾ ਵੱਡਾ ਰੋਲ ਜਿਹੜਾ ਉਹ ਨਿਭਾਉਣਗੀਆਂ। ਜਿੱਥੇ ਇਹ ਜੂਆ ਚੱਲਦਾ ਜੀ ਉੱਥੇ ਹੀ ਇਹਨਾਂ ਨੇ ਨਾਲ ਉਹ ਜਿਹੜੇ ਇਲੀਗਲ ਹੁੱਕਾ ਹਾਊਸ ਨੇ ਉਹ ਖੋਲੇ ਹੋਏ ਨੇ। ਇਹ ਹੁੱਕੇ ਦੀ ਨੜੀ ਤੋਂ ਅੱਗੇ ਜਿਹੜਾ ਜੀ ਇਹ ਪੋਜ਼ਿਟਿਵ ਪਾਏ ਗਏ ਆ, ਔਰ ਇਹ ਵੀ ਪਤਾ ਲੱਗ ਰਿਹਾ ਕਿ ਜਿਹੜਾ ਇਹ ਮੇਨ ਰਾਜਨੀਤਿਕ ਹਸਤੀ ਹੈ ਜੀ, ਉਹਦਾ ਮੁੰਡਾ ਇਹ ਅਗਰਾਹੀ ਕਰਦਾ ਸੀਗਾ, ਔਰ ਉਹ ਵੀ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਗਿਆ, ਜਿੰਨੀ ਕੁ ਜਾਣਕਾਰੀ ਮਿਲ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਇਸ ਗੱਲ ਨੂੰ ਬਾਹਰ ਜਿਹੜਾ ਜੀ ਉਹ ਨਹੀਂ ਲਿਆ ਰਿਹਾ। ਜਿਹੜੀ ਮੁੱਖ ਵਿਰੋਧੀ ਪਾਰਟੀ ਹੈ ਆਮ ਆਦਮੀ ਪਾਰਟੀ, ਉਹਨੇ ਇਸ ਚੀਜ਼ ਦੀ ਮੰਗ ਕੀਤੀ ਹੈ ਕਿ ਰਾਜਪੁਰਾ ਦੇ ਵਿੱਚ ਚੱਲਦੇ ਇਹ ਜੂਆ ਘਰ ਤੇ ਹੁੱਕਾ ਹਾਊਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਡੀਪਲੀ ਕੀਤੀ ਜਾਵੇ ਕਿ ਕੌਣ ਲੋਕ ਇਹਦੇ ਵਿੱਚ ਸ਼ਾਮਲ ਨੇ ਔਰ ਕਿੰਨਾ ਲੋਕਾਂ ਦੇ ਵੱਲੋਂ ਇਹ ਚਲਾਏ ਜਾਂਦੇ ਆ, ਤੇ ਅੱਗੋਂ ਇਹ ਸ਼ਹਿ ਪ੍ਰਾਪਤ ਜਿਹੜੀ ਹੈ ਜੀ ਉਹ ਕਿਹਦੀ ਆ। ਕਿਉਂਕਿ ਜੋ ਹੁਣ 2 ਜਣਿਆਂ ਤੇ ਪਰਚਾ ਦਰਜ ਜਿਹੜਾ ਜੀ ਉਹ ਹੋ ਗਿਆ, ਇਹ ਪਰਚਾ ਦਰਜ ਕਰਫਿਊ ਦੀ ਉਲੰਘਣਾ ਦਾ ਕੀਤਾ ਗਿਆ। ਉੱਥੋਂ ਇੱਕ ਜਿਹੜਾ ਸ਼ਾਮਲ ਆ ਜੀ ਉਹ ਹਸਪੀਟਲ ਦੇ ਵਿੱਚੋਂ ਵੀਡੀਓ ਪਾ ਰਿਹਾ, ਉਹ ਮੀਡੀਆ ਵਾਲਿਆਂ ਨੂੰ ਵੀਡੀਓ ਭੇਜ ਰਿਹਾ ਕਿ ਮੀਡੀਆ ਵਾਲੇ ਜਿਹੜੇ ਨੇ ਉਹ ਗਲਤ ਪ੍ਰੋਪਗੈਂਡਾ ਕਰ ਰਹੇ ਆ, ਇੱਦਾਂ ਦੀ ਕੋਈ ਗੱਲ ਨਹੀਂ ਸੀ। ਜੋ ਹੈ ਉਹ ਇਹ ਕਹਿੰਦੇ ਆ ਕਿ ਜੇ ਸਾਡੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਤਾਂ ਅਸੀਂ ਸਹਿਯੋਗ ਦੇਵਾਂਗੇ। ਹੁਣ ਸਹਿਯੋਗ ਕਿਹੋ ਜਿਹਾ ਉਹ ਦਿੰਦੇ ਆ ਇਹ ਨਹੀਂ ਪਤਾ। ਇੰਨਾ ਪਤਾ ਲੱਗਾ ਕਿ ਜਿਹੜਾ ਰਾਜਨੀਤਿਕ ਵਿਅਕਤੀ ਆ ਜੀ ਉਹਨੂੰ ਹੱਥਾਂ ਪੈਰਾਂ ਦੀ ਹੁਣ ਜ਼ਰੂਰ ਪਈ ਹੋਈ ਆ ਕਿ ਪੈਸੇ ਇਕੱਠੇ ਕਰਨ ਦੇ ਵਾਸਤੇ ਇਹ ਲੋਕ ਤਾਂ ਕਰੋਨਾ ਵਾਇਰਸ ਦਾ ਛੱਟਾ ਜਿਹੜਾ ਜੀ ਉਹ ਦਿੰਦੇ ਫਿਰਦੇ ਸੀਗੇ। ਔਰ ਰਾਜਪੁਰਾ ਛੋਟਾ ਜਿਹਾ ਟਾਊਨ ਹੈ, ਉੱਥੋਂ ਦੇ ਲੋਕ ਜਿਹੜੇ ਜੀ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਐਸੇ ਕਸੂਤੇ ਜਿਹੜਾ ਜੀ ਉਹ ਫਸੇ ਹੋਏ ਆ, ਔਰ ਰਾਤ ਇਹਨੂੰ ਬਫਰ ਜ਼ੋਨ ਜਿਹੜਾ ਜੀ ਉਹ ਡਿਕਲੇਅਰ ਕਰ ਦਿੱਤਾ ਗਿਆ ਸਿਹਤ ਵਿਭਾਗ ਦੇ ਵੱਲੋਂ। ਕਿਸੇ ਨੂੰ ਰਾਜਪੁਰੇ ਦੇ ਅੰਦਰੋਂ ਦੀ ਲੰਘਣ ਦੀ ਵੀ ਇਜਾਜ਼ਤ ਨਹੀਂ ਗੀ ਜੀ, ਕਿਸੇ ਵਹੀਕਲ ਨੂੰ, ਕਿਸੇ ਨੂੰ ਬਾਹਰ ਆਉਣ ਦੀ ਕੋਈ ਇਜਾਜ਼ਤ ਨਹੀਂ ਗੀ। ਬਹੁਤ ਸਖਤ ਨਾਕੇਬੰਦੀ ਜਿਹੜੀ ਜੀ ਉਹ ਰਾਜਪੁਰਾ ਦੇ ਵਿੱਚ ਕੀਤੀ ਗਈ ਹੈ। ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਦਿੱਲੀ ਤੋਂ ਜਲੰਧਰ ਨੂੰ ਜਾਂਦਾ ਜੀ, ਉਹਦੇ ਉੱਤੇ ਪੈਂਦਾ ਹੈ ਇਹ ਰਾਜਪੁਰਾ ਟਾਊਨ, ਔਰ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪੈਂਦਾ ਜੀ। ਕੋਈ ਪਟਿਆਲਾ ਸ਼ਹਿਰ ਤੋਂ 18-19 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਜੀ। ਚੰਡੀਗੜ੍ਹ ਨੂੰ ਜਾਂਦਿਆਂ ਰਸਤੇ ਦੇ ਵਿੱਚ ਪੈਂਦਾ ਜੀ। ਪਰ ਦੇਖੋ ਤੁਸੀਂ ਕਿੰਨਾ ਗੰਦੇ ਤੋਂ ਗੰਦਾ ਕੰਮ ਇਹ ਪੈਸਿਆਂ ਦੇ ਲਈ ਪੰਜਾਬ ਦੇ ਵਿੱਚ ਕਰ ਰਹੇ ਆ,
ਤੇ ਅੱਗੇ ਗੱਲ ਕਰਦੇ ਹਾਂ, ਜਲੰਧਰ ਲਾਗੇ ਨਾਕੇ ਦੇ ਉੱਤੇ ਪੁਲਿਸ ਵਾਲਿਆਂ ਨੇ ਆਪਣੇ ਹੀ ਫੜਕਾਏ। ਬਿਲਕੁਲ ਜੀ, ਐਕਚੁਅਲੀ ਫਰਸਟ੍ਰੇਸ਼ਨ ਇੱਕ ਤਰ੍ਹਾਂ ਦੀ ਜਿਹੜੀ ਤੁਸੀਂ ਕਹਿ ਲਓ ਕਿ ਨਿਕਲ ਰਹੀ ਆ, ਔਰ ਦੂਸਰਾ ਕਿਤੇ ਨਾ ਕਿਤੇ ਇਹ ਆ ਜੀ ਕਿ ਜਿਹੜੇ ਪੁਲਿਸ ਦੇ ਵਿੱਚ ਨੇ ਉਹਨਾਂ ਦਾ ਨਸ਼ਿਆਂ ਦੇ ਉੱਤੇ ਜਿਹੜਾ ਜੀ ਉਹ ਲੱਗੇ ਹੋਣਾ, ਤਾਂ ਪੈਸੇ ਪੂਸੇ ਨਹੀਂ ਬਣ ਰਹੇ, ਉਹ ਵੀ ਫਰਸਟ੍ਰੇਸ਼ਨ ਹੈ ਕਿਤੇ ਨਾ ਕਿਤੇ। ਉਹ ਹੁਣ ਆਪਣਿਆਂ ਦੇ ਉੱਤੇ ਵੀ ਜਿਹੜਾ ਜੀ ਉਹ ਨਿਕਲ ਰਹੀ ਹੈ। ਪੁਲਿਸ ਵਾਲੇ ਨਾਕਿਆਂ ਦੇ ਉੱਤੇ ਲੋਕਾਂ ਨੂੰ ਕੁੱਟਦੇ ਤਾਂ ਆਮ ਹੀ ਦੇਖਿਆ ਜੀ, ਪਰ ਜਿਹੜਾ ਸੀਗਾ ਜੀ ਹੁਸ਼ਿਆਰਪੁਰ ਰੋਡ ਦੇ ਉੱਤੇ ਇੱਕ ਨਾਕੇ ਦੇ ਉੱਤੇ ਪੁਲਿਸ ਨੇ ਪੁਲਿਸ ਵਾਲਿਆਂ ਦੇ ਡੰਡਾ ਪਰੇਡ ਕਰਤੀ, ਉਹ ਵੀ ਜਦੋਂ ਦੋਨਾਂ ਨੇ ਵਰਦੀ ਜਿਹੜੀ ਉਹ ਪਾਈ ਹੋਈ ਸੀ, ਕੁੱਟਣ ਵਾਲਿਆਂ ਨੇ ਵੀ ਤੇ ਕੁੱਟ ਖਾਣ ਵਾਲਿਆਂ ਨੇ ਵੀ। ਔਰ ਪੁਲਿਸ ਨਾਕੇ ਦੇ ਉੱਤੇ ਜਿਹੜੇ ਵਰਦੀਧਾਰੀ ਕਾਂਸਟੇਬਲ ਜਿਹੜੇ ਹਸਬੈਂਡ ਵਾਈਫ ਸੀ, ਉਹਨਾਂ ਨੂੰ ਖਾਕੀ ਵਰਦੀ ਦੇ ਅਸਲੀ ਰੋਹਬ ਦਾ ਅਹਿਸਾਸ ਹੋਇਆ ਜਦੋਂ ਨਾਕੇ ਦੇ ਉੱਤੇ ਚੌਂਕੀ ਇੰਚਾਰਜ ਨੇ ਦੋਵਾਂ ਦੇ ਥੱਪੜ ਮਾਰਤੇ, ਫਿਰ ਡੰਡਿਆਂ ਦੇ ਨਾਲ ਜਿਹੜਾ ਸੀ ਉਹ ਕੁੱਟਿਆ। ਕੁੱਟ ਖਾਣ ਵਾਲੇ ਜਿਹੜੇ ਕਾਂਸਟੇਬਲ ਹਸਬੈਂਡ ਵਾਈਫ ਆ, ਉਹ ਦੋਵੇਂ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਬਾਕਸਰ ਨੇ, ਮੁੱਕੇਬਾਜ਼ ਨੇ। ਔਰ ਜਿਹੜੀ ਕਾਂਸਟੇਬਲ ਦੀ ਪਤਨੀ ਹੈ, ਉਹ ਇਹ ਕਹਿੰਦੀ ਆ ਕਿ ਉਹ ਲੁਧਿਆਣੇ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਤਾਇਨਾਤ ਆ। ਜਦੋਂ ਆਪਣੇ ਉਹ ਘਰੇਲੂ ਕੰਮ ਦੇ ਵਾਸਤੇ ਜਲੰਧਰ ਆਏ ਹੋਏ ਸੀਗੇ, ਵਾਪਸ ਜਾਣ ਦੇ ਵੇਲੇ ਰਾਤ ਦਾ ਖਾਣਾ ਉਹਨਾਂ ਨੇ ਢਾਬੇ ਤੋਂ ਲੈਣ ਦੇ ਵਾਸਤੇ ਹੁਸ਼ਿਆਰਪੁਰ ਰੋਡ ਦੇ ਉੱਤੇ ਗੱਡੀ ਮੋੜੀ, ਤਾਂ ਅੱਗੇ ਪੁਲਿਸ ਦਾ ਨਾਕਾ ਜਿਹੜਾ ਉਹ ਲੱਗਿਆ ਹੋਇਆ ਸੀਗਾ। ਉੱਥੇ ਗੱਡੀ ਦੇ ਵਿੱਚ ਉਤਰ ਕੇ ਜਦੋਂ ਉਹਦਾ ਪਤੀ ਗਿਆ, ਤਾਂ ਅੱਗੇ ਜਿਹੜਾ ਇੰਚਾਰਜ ਸੀਗਾ ਜੀ, ਉਹ ਕਹਿੰਦੇ ਕਿ ਉਹ ਉਸ ਟਾਈਮ ਧੁੱਤ ਸੀਗਾ ਜੀ ਨਸ਼ੇ ਦੇ ਵਿੱਚ, ਔਰ ਉਹਨੇ ਜਿਹੜਾ ਜੀ ਉਹ ਰੋਪ ਪਾਇਆ ਔਰ ਇਹ ਕਿਹਾ ਕਿ ਆਈ ਕਾਰਡ ਜਿਹੜਾ ਜੀ ਉਹ ਆਪਣਾ ਵਿਖਾਵੇ। ਥੋੜ੍ਹੀ ਬਹੁਤੀ ਜਿਹੜੀ ਨੋਕ ਝੋਕ ਸੀ, ਉਦੋਂ ਬਾਅਦ ਚੌਂਕੀ ਇੰਚਾਰਜ ਨੇ ਉਹਦੇ ਪਤੀ ਦੇ ਜਿਹੜੇ ਵਰਦੀ ਪਾਈ ਹੋਈ ਸੀ ਉਹਦੇ ਥੱਪੜ ਮਾਰਤੇ ਤੇ ਡੰਡੇ ਜਿਹੜਾ ਜੀ ਉਹ ਮਾਰੇ। ਜਦੋਂ ਉਹ ਛਡਾਉਣ ਲਈ ਅੱਗੇ ਆਈ ਤਾਂ ਉਹਦੇ ਵੀ ਡੰਡੇ ਜਿਹੜੇ ਜੀ ਉਹ ਮਾਰੇ ਗਏ। ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਸ਼ਰਾਬ ਪੀਣ ਦਾ ਦੋਸ਼ ਜਿਹੜਾ ਉਹ ਲਾ ਰਹੀਆਂ ਨੇ। ਜਿਹੜੀ ਇਹ ਕਾਂਸਟੇਬਲ ਆ ਜੀ, ਉਹਨੇ ਕਿਹਾ ਕਿ ਚੌਂਕੀ ਇੰਚਾਰਜ ਤੇ ਉਹਦੇ ਪਤੀ ਦਾ ਮੁਲਾਜ਼ਾ ਕਰਾ ਲਿਆ ਜਾਵੇ, ਜਿਹੜਾ ਜੀ ਉਹ ਸੱਚ ਸਾਹਮਣੇ ਆਊਗਾ ਕਿ ਸ਼ਰਾਬੀ ਕੌਣ ਹੈ। ਉਹਨੇ ਇਹ ਵੀ ਕਿਹਾ ਕਿ ਉਹਨੇ ਆਪਣੀ ਖਾਕੀ ਵਰਦੀ ਦਾ ਵਾਸਤਾ ਵੀ ਪਾਇਆ, ਪਰ ਉਹਨਾਂ ਨੇ ਇੱਕ ਨਾ ਜਿਹੜੀ ਜੀ ਉਹ ਸੁਣੀ। ਇਹ ਵੀ ਪਤਾ ਲੱਗਿਆ ਜੀ ਕਿ ਵੱਡੇ ਅਫਸਰਾਂ ਨੇ ਵਿੱਚ ਪੈ ਕੇ ਦੋਵਾਂ ਧਿਰਾਂ ਨੂੰ ਸਮਝੌਤਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਆ। ਸ਼ਾਇਦ ਸਮਝੌਤਾ ਜਿਹੜਾ ਜੀ ਉਹ ਹੋ ਵੀ ਗਿਆ, ਪਰ ਉਹਦੀ ਵੀਡੀਓ ਜਿਹੜੀ ਸੀ ਉਹ ਵੀ ਵਾਇਰਲ ਹੋ ਗਈ ਜੀ ਇਸ ਕੁੱਟ ਕੱਪ ਦੀ। ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਸਵਾਲ ਜਿਹੜੇ ਜੀ ਉਹ ਸ਼ੱਕ ਵੀ ਪੈਦਾ ਕਰਦੇ ਆ। ਲੁਧਿਆਣੇ ਦੇ ਵਿੱਚ ਤਾਇਨਾਤ ਤੋਂ ਜਲੰਧਰ ਨਿੱਜੀ ਕੰਮ ਗਏ ਸੀ, ਕਰਫਿਊ ਦੇ ਵਿੱਚ ਕਿਹੜਾ ਨਿੱਜੀ ਕੰਮ ਸੀਗਾ ਜੀ, ਵਰਦੀ ਪਾ ਕੇ। ਵਰਦੀ ਤਾਂ ਪਾ ਕੇ ਗਏ ਵੀ ਰੋਕਦਾ ਕੋਈ ਨਹੀਂ ਗਾ। ਜੇ ਤੁਸੀਂ ਰੋਟੀ ਲੈਣੀ ਆ, ਹੁਣ ਜੇ ਤੁਸੀਂ ਉਹਨੂੰ ਦੇਖਦੇ ਹੋ ਹਾਈਵੇ ਦੇ ਉੱਤੇ ਤੁਸੀਂ ਆ ਰਹੇ ਹੋ, ਫਿਰ ਤੁਸੀਂ ਹੁਸ਼ਿਆਰਪੁਰ ਰੋਡ ਦੇ ਉੱਤੇ ਕਿਉਂ ਗਏ? ਉਸ ਜਗ੍ਹਾ ਦੇ ਉੱਤੇ ਤੁਹਾਡਾ ਕੀ ਕੰਮ ਸੀਗਾ ਜੀ? ਹੁਸ਼ਿਆਰਪੁਰ ਰੋਡ ਦੇ ਉੱਤੇ ਕੋਈ ਖਾਸ ਢਾਬੇ ਨੇ ਜਿਹੜੇ ਰਾਤ ਨੂੰ ਖੁੱਲ੍ਹੇ ਰਹਿੰਦੇ ਆ, ਔਰ ਉਹ ਮੇਨ ਦੇ ਉੱਤੇ ਹੈ ਨਹੀਂ ਗੇ। ਢਾਬੇ ਤਾਂ ਮੇਨ ਦੇ ਉੱਤੇ ਵੀ ਹੈਗੇ ਨੇ, ਜੇ ਖੁੱਲ੍ਹੇ ਉੱਥੋਂ ਮਿਲ ਸਕਦੇ। ਹੁਸ਼ਿਆਰਪੁਰ ਰੋਡ ਨੂੰ ਇਹ ਕੀ ਲੈਣ ਜਿਹੜਾ ਦੀ ਹੋ ਗਏ? ਇਹ ਸ਼ੱਕੀ ਜਿਹੜੀਆਂ ਦੀ ਉਹ ਚੀਜ਼ਾਂ ਨੇ। ਜੇ ਉਹ ਡਾਂਗ ਜਿਹੜਾ ਵਰਾਉਣ ਵਾਲਾ ਉਹਨੂੰ ਜਿਹੜਾ ਦੀ ਇਹਦੇ ਚੋਂ ਬਰੀ ਨਹੀਂ ਕੀਤਾ ਜਾ ਸਕਦਾ, ਤੇ ਬਰੀ ਇਹਨਾਂ ਨੂੰ ਵੀ ਨਹੀਂ ਕੀਤਾ ਜਾ ਸਕਦਾ। ਡਿਊਟੀ ਕਿਤੇ ਆ, ਫਿਰਦੇ ਕਿਤੇ ਨਹੀਂ। ਬਿਲਕੁਲ ਜੀ, ਇਹ ਜ਼ਰੂਰ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਫਿਰ ਇੱਧਰ ਕੀ ਕਰਦੇ ਸੀ? ਤਾਂ ਅੱਗੇ ਗੱਲ ਕਰਦੇ, ਤੁਸੀਂ ਪਹਿਲਾਂ ਗੱਲ ਕੀਤੀ ਆਪ ਜਿਹੜੇ ਕਰਫਿਊ ਪਾਸ ਸੀਗੇ, ਉਹ ਵੀ ਇਹਨਾਂ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਥੋਕ ਦੇ ਭਾਅ ਦੇ ਉੱਤੇ ਦੇ ਦਿੱਤੇ, ਜਿਨ੍ਹਾਂ ਨੇ ਮੁਸ਼ਕਿਲਾਂ ਵਧਾਈਆਂ ਹੋਈਆਂ। ਐਕਚੁਅਲੀ ਜੀ ਇਹ ਆ ਕਿ ਜਦੋਂ ਇਹ ਸ਼ੁਰੂ ਹੋਇਆ ਉਦੋਂ ਬੜੀ ਤੇਜ਼ੀ ਦੇ ਨਾਲ ਜਿਹੜੇ ਸੀਗੇ ਉਹ ਕਰਫਿਊ ਪਾਸ ਦਿੱਤੇ ਗਏ। ਇਹ ਹੁਣ ਜਿਹੜੇ ਕਰਫਿਊ ਪਾਸ ਦੇ ਗੇੜਾਂ ਦੇ ਵਿੱਚ ਹੀ ਪੰਜਾਬ ਇੱਕ ਕਿਸਮ ਦੇ ਨਾਲ ਫਸ ਗਿਆ ਸੀ। ਜਿਹੜੇ ਲੋੜਵੰਦਾਂ ਦੇ ਵਾਸਤੇ ਤਾਂ ਹੈ ਨਹੀਂ ਗੇ, ਉਹ ਲੇਲੜੀਆਂ ਕੱਢੀ ਜਾਂਦੇ ਆ। ਸਿਫਾਰਸ਼ੀ ਲੋਕਾਂ ਨੂੰ ਮੌਜ ਲੱਗੀ ਹੋਈ ਆ। ਕਾਨੂੰਨੀ ਜ਼ਾਬਤਾ ਜਿਹੜਾ ਜੀ ਉਹ ਜ਼ਰੂਰੀ ਆ, ਪਰ ਇਹਦੇ ਵਿੱਚ ਲੋੜਵੰਦਾਂ ਨੂੰ ਪਾਸ ਨਾ ਦੇਣੇ ਵੀ ਜ਼ਿਆਦਤੀ ਹੈ ਜੀ। ਕਰਫਿਊ ਪਾਸ ਦੇ ਵਾਸਤੇ ਦਿੱਤੀਆਂ ਅਰਜ਼ੀਆਂ ਦੇ ਵਿੱਚੋਂ 80% ਰੱਦ ਹੋ ਚੁੱਕੀਆਂ ਨੇ। ਚੱਕੀ ਦੇ ਪੁੜਾਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਪਿਸ ਰਹੇ ਆ ਉਹ ਮਰੀਜ਼ ਨੇ ਜੀ, ਜਿਨ੍ਹਾਂ ਨੇ ਆਪਣੇ ਇਲਾਜ ਦੇ ਵਾਸਤੇ ਜਾਣਾ। 22 ਮਾਰਚ ਤੋਂ ਲੋਕਡਾਊਨ ਸ਼ੁਰੂ ਹੋਇਆ ਸੀ, ਕਰਫਿਊ ਲਗਾਤਾਰ ਜਾਰੀ ਹੈ। 21 ਅਪ੍ਰੈਲ ਤੱਕ ਪੰਜਾਬ ਭਰ ਦੇ ਵਿੱਚ ਕੋਈ 23,53,000 ਲੋਕਾਂ ਨੇ ਕਰਫਿਊ ਪਾਸ ਦੇ ਵਾਸਤੇ ਅਰਜ਼ੀਆਂ ਦਿੱਤੀ। ਇਹਦੇ ਵਿੱਚੋਂ 4,70,000 ਲੋਕਾਂ ਨੂੰ ਕਰਫਿਊ ਪਾਸ ਜਾਰੀ ਹੋਇਆ। ਕਰੀਬ 2,90,000 ਆਨਲਾਈਨ ਈ ਪਾਸ ਜਿਹੜੇ ਜੀ ਉਹ ਜਾਰੀ ਕੀਤੇ ਗਏ। ਬਹੁਤੇ ਲੋਕਾਂ ਨੂੰ ਪਾਸ ਨਾ ਮਿਲਣ ਕਰਕੇ ਮਾਲੀ ਨੁਕਸਾਨ ਵੀ ਜਿਹੜਾ ਜੀ ਉਹ ਝੱਲਣੇ ਜਿਹੜੇ ਜੀ ਉਹ ਪਏ ਆ। ਜਿਹੜੇ ਇੱਥੇ ਛੋਟੇ ਬਿਜ਼ਨਸ ਕਰਦੇ ਨੇ, ਜਿਨ੍ਹਾਂ ਦੇ ਉਹ ਖਰਾਬ ਹੋ ਰਿਹਾ ਸੀ, ਮੱਖੀਆਂ ਪਾਲਣ ਵਾਲੇ ਨੇ, ਸ਼ਹਿਦ ਵਗੈਰਾ ਜੀ, ਉਹ ਇਹ ਕਹਿੰਦੇ ਕਿ ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਕੋਈ ਪਾਸ ਨਹੀਂ ਦਿੱਤਾ ਗਿਆ। ਜਿਨ੍ਹਾਂ ਦਾ ਜਿਹੜਾ ਸ਼ਹਿਦ ਵੀ ਜਿਹੜਾ ਉਹ ਖਰਾਬ ਹੋ ਰਿਹਾ,
ਉਹਨਾਂ ਦੇ ਕੁਝ ਬਕਸੇ ਜਿਹੜੇ ਨੇ ਉਹ ਰਾਜਸਥਾਨ ਦੇ ਵਿੱਚ ਪਏ ਨੇ। ਜਿਹੜੇ ਕੈਂਸਰ ਮਰੀਜ਼ ਨੇ ਉਹਨਾਂ ਨੂੰ ਬੜੀ ਵੱਡੀ ਸੱਟ ਜਿਹੜੀ ਹੈ ਜੀ ਉਹ ਵੱਜ ਰਹੀ ਆ। ਬਠਿੰਡਾ ਡਿਸਟ੍ਰਿਕਟ ਦਾ ਇੱਕ ਵਿਅਕਤੀ ਜਿਹਦੀ ਪਤਨੀ ਕੈਂਸਰ ਤੋਂ ਪੀੜਤ ਆ, ਉਹਨੇ PGI ਲੈ ਕੇ ਜਾਣਾ ਸੀਗਾ, ਉਹਨੂੰ 5 ਵਾਰੀ ਅਪਲਾਈ ਕਰਨ ਤੋਂ ਬਾਅਦ ਵੀ ਉਹਨੂੰ ਕਰਫਿਊ ਪਾਸ ਜਿਹੜਾ ਜੀ ਉਹ ਨਹੀਂ ਮਿਲਿਆ। ਪਾਸ ਜਾਰੀ ਕਰਨ ਦੇ ਅਧਿਕਾਰ ਜਿਹੜੇ ਜੀ ਡਿਸਟ੍ਰਿਕਟ ਪ੍ਰਸ਼ਾਸਨ ਦੇ ਕੋਲੇ ਆ, ਪਰ ਮੁਹਾਲੀ ਜ਼ਿਲ੍ਹੇ ਦੇ ਵਿੱਚ ਇੱਕ SSP ਤੇ ਇੱਕ ਥਾਣੇਦਾਰ ਨੇ ਕਰਫਿਊ ਪਾਸ ਜਾਰੀ ਜਿਹੜੇ ਜੀ ਉਹ ਕੀਤੇ ਹੋਏ ਆ। ਔਰ ਜਿਹੜਾ ਰੁਜ਼ਗਾਰ ਵਿਭਾਗ ਪੰਜਾਬ ਦੀ ਇੱਕ ਜਿਹੜੀ ਅਧਿਕਾਰੀ ਆ, ਮਹਿਲਾ ਅਧਿਕਾਰੀ, ਉਹ ਵੀ ਪਾਸ ਜਾਰੀ ਕਰੀ ਜਾਂਦੀ ਹੈ। ਸਰਕਾਰ ਵੱਲੋਂ ਇਹਦਾ ਕੋਈ ਅਧਿਕਾਰ ਜਿਹੜਾ ਜੀ ਉਹ ਨਹੀਂ ਦਿੱਤਾ ਹੋਇਆ, ਪਰ ਇਹ ਹੈ ਨਾ ਜੀ ਕਿ ਜਿਹੜਾ ਰੋਹਬ ਹੈ ਉਹ ਚੱਲੀ ਜਾ ਰਿਹਾ। ਪੰਜਾਬ 'ਚ ਸਭ ਤੋਂ ਵੱਧ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ 1,18,000 ਕਰਫਿਊ ਪਾਸ ਜਾਰੀ ਹੋਏ, ਜਦੋਂ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ 51,882 ਕਰਫਿਊ ਪਾਸ ਜਾਰੀ ਹੋਏ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 46,867 ਕਰਫਿਊ ਪਾਸ ਜਾਰੀ ਹੋਏ। ਸਭ ਤੋਂ ਘੱਟ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ 4176 ਕਰਫਿਊ ਪਾਸ ਜਿਹੜਾ ਜੀ ਉਹ ਜਾਰੀ ਹੋਏ। ਸਰਕਾਰੀ ਪੱਖ ਇਹ ਕਹਿੰਦਾ ਹੈ ਕਿ ਬਹੁਤੇ ਲੋਕ ਬਿਨਾਂ ਗੱਲੋਂ ਰਿਸ਼ਤੇਦਾਰਾਂ ਦੇ ਕੋਲੇ ਆਉਣ ਜਾਣ ਵਾਸਤੇ ਕਰਫਿਊ ਪਾਸ ਅਪਲਾਈ ਕਰ ਰਹੇ ਨੇ। ਉਹ ਕਹਿੰਦੇ ਕਿ ਜੇ ਕਰਫਿਊ ਪਾਸ ਦੇ ਵਿੱਚ ਢਿੱਲ ਵਰਤੀ ਤਾਂ ਕਰਫਿਊ ਦਾ ਕੋਈ ਮਕਸਦ ਜਿਹੜਾ ਉਹ ਨਹੀਂ ਰਹਿ ਜਾਣਾ। ਕਈ ਲੋਕ ਵਿਧਾਇਕਾਂ ਤੇ ਵਜ਼ੀਰਾਂ ਤੋਂ ਸਿਫਾਰਸ਼ਾਂ ਵੀ ਜਿਹੜੀਆਂ ਉਹ ਲਵਾ ਰਹੇ ਆ। ਹੁਣ ਜੇ ਆਪਾਂ ਇਹਦੀਆਂ ਫਿਗਰਸ ਦੇ ਉੱਤੇ ਜਿਹੜਾ ਜੀ ਉਹ ਜਾਈਏ ਕਿ 4,70,000 ਕਰਫਿਊ ਪਾਸ ਜਾਰੀ ਹੋਇਆ ਪੰਜਾਬ ਦੇ ਵਿੱਚ। ਔਰ ਇਹਦੇ ਵਿੱਚ ਕਿਉਂਕਿ ਇੱਕ ਬੰਦਾ ਫੜਿਆ ਜੀ ਧਰਮਕੋਟ ਨੇੜੇ ਦਾ, ਉਹਨੇ ਜਾਲੀ ਬਣਾਇਆ ਹੋਇਆ ਸੀ, ਗੱਡੀ ਦੇ ਉੱਤੇ ਆਪਣੇ ਲਾਇਆ ਸੀਗਾ ਤੇ ਉਹ ਸਵਾਰੀਆਂ ਢੋਂਦਾ ਸੀਗਾ ਜੀ ਉੱਤਰ ਪ੍ਰਦੇਸ਼ ਤੱਕ। ਕਿਸੇ ਨੂੰ 30,000 ਲੈ ਕੇ ਜਿਹੜਾ ਜੀ ਉਹ ਛੱਡ ਕੇ ਆਇਆ, ਕਿਸੇ ਨੂੰ 25,000 ਲੈ ਕੇ ਛੱਡ ਕੇ ਆਇਆ। ਜੇ ਆਪਾਂ ਉਹਨਾਂ ਦੀ ਗਿਣਤੀ ਵੀ ਕਰ ਲਈਏ, ਚਲੋ ਇੰਨੇ ਨਹੀਂ ਉਹ ਹੋਣਗੇ, ਜੇ 4,70,000 ਇਹ ਨੇ ਤੇ 50-60,000 ਤਾਂ ਜਿਹੜੇ ਜੀ ਇੱਦਾਂ ਦੇ ਵੀ ਹੋਣਗੇ ਜਿਹੜੇ ਫਿਰਦੇ ਆ। ਜੇ ਇੰਨਾ ਬੰਦਾ ਜਿਹੜਾ ਜੀ ਉਹ ਕਰਫਿਊ ਪਾਸ ਲੈ ਕੇ ਤੁਰਿਆ ਫਿਰਦਾ ਤੇ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਕਿਹੜਾ ਕਰਫਿਊ ਤੇ ਕਿਹੋ ਜਿਹੀ ਸਖਤੀ। ਸਹੀ ਗੱਲ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਕਰਫਿਊ ਕਰਕੇ ਜਿਹੜੀ ਡੋਮੈਸਟਿਕ ਵਾਇਲੈਂਸ ਆ ਉਹ ਕਾਫੀ ਵੱਧ ਰਹੀ ਹੈ। ਦੇਖੋ ਇਹ ਲੋਕ ਜਿਹੜੇ ਨੇ ਮਾਨਸਿਕ ਤਣਾਅ ਦੇ ਵਿੱਚ ਨੇ ਜੀ, ਔਰ ਜਿਹੜਾ ਪੰਜਾਬੀਆਂ ਦਾ ਮਾਨਸਿਕ ਤਣਾਅ ਆ ਜੀ ਉਹ ਔਰਤ ਤੇ ਹੀ ਨਿਕਲਦਾ ਜੀ। ਇਹ ਵੀ ਸਭ ਨੂੰ ਜਿਹੜਾ ਉਹ ਪਤਾ। ਇਹ ਮਾਨਸਿਕਤਾ ਜਿਹੜੀ ਵਰਿਆਂ ਦੀ ਆ ਉਹ ਪੜ੍ਹ ਲਿਖ ਕੇ ਜਾਂ ਸਮੇਂ ਦੇ ਅਨੁਸਾਰ ਜਿਹੜਾ ਉਹ ਬਦਲੀ ਨਹੀਂ ਜੀ। ਔਰ ਇਹ ਕਰਫਿਊ ਜਿਹੜਾ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਡੋਮੈਸਟਿਕ ਵਾਇਲੈਂਸ ਹੈ, ਜਿਹੜੀ ਔਰਤਾਂ ਪ੍ਰਤੀ ਹਿੰਸਾ ਘਰਾਂ ਦੇ ਵਿੱਚ ਹੁੰਦੀ, ਉਹ 'ਚ ਬਹੁਤ ਵਾਧਾ ਹੋਇਆ ਜੀ। ਔਰ ਪੁਲਿਸ ਨੇ ਇਹੋ ਜਿਹੇ ਮਾਮਲਿਆਂ ਦੇ ਨਾਲ ਨਿਪਟਣ ਦੇ ਵਾਸਤੇ ਕਿਹਾ ਜਾ ਰਿਹਾ ਕਿ ਰਣਨੀਤੀ ਤਿਆਰ ਜਿਹੜੀ ਦੀ ਕੀਤੀ ਆ। ਔਰਤਾਂ ਦੇ ਵਿਰੁੱਧ ਅਪਰਾਧ ਜਿਹੜਾ ਜੀ ਕ੍ਰਾਈਮ ਅਗੇਂਸਟ ਵੂਮਨ, ਇਹਦੇ ਵਾਸਤੇ ਜਿਹੜੇ DSP ਲੈਵਲ ਦੇ ਨੇ ਆਫਿਸਰ, ਉਹ ਰੋਜ਼ ਕਾਰਵਾਈ ਕਰਕੇ ਰਿਪੋਰਟਾਂ ਪੇਸ਼ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਦੇ ਵਿੱਚ ਜਿਹੜਾ 21% ਵਾਧਾ ਹੋ ਗਿਆ ਜੀ। ਔਰ ਔਰਤਾਂ ਦੇ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਵਾਧਾ ਇਹ ਫਰਵਰੀ ਤੋਂ 20 ਅਪ੍ਰੈਲ ਦੇ ਦਰਮਿਆਨ ਆਇਆ। ਔਰ ਦੂਜੇ ਪਾਸੇ ਇਹਦੇ ਦੌਰਾਨ ਦਾਜ ਕਰਕੇ ਪਰੇਸ਼ਾਨੀ, ਰੇਪ ਜਾਂ ਟੀਜ਼ਿੰਗ ਦੇ ਮਾਮਲਿਆਂ ਦੇ ਵਿੱਚ ਜਿਹੜੀ ਦੀ ਬਹੁਤ ਕਮੀ ਆਈ ਹੈ। ਇਹ ਇਸ ਕਰਕੇ ਹੈ ਕਿਉਂਕਿ ਕੋਈ ਬਾਹਰ ਨਹੀਂ ਜਾ ਰਿਹਾ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਵਾਧਾ ਹੋਇਆ। ਜਿਹੜੇ DGP ਆਫਿਸ ਦੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਨੇ, ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਇੱਕ ਸੈਂਟਰਲ ਨੰਬਰ ਹੈ ਉਹਦੇ ਉੱਤੇ ਜਿਹੜੀਆਂ ਰੋਜ਼ ਆਉਂਦੀਆਂ ਕਾਲਾਂ ਦੀ ਗਿਣਤੀ ਹੈ ਉਹ ਲਗਾਤਾਰ ਵਧੀ ਹੈ। ਇੱਕ ਦਿਨ ਦੇ ਵਿੱਚ 133 ਦੇ ਕਰੀਬ ਕਾਲਾਂ ਜਿਹੜੀਆਂ ਜੀ ਉਹ ਡੋਮੈਸਟਿਕ ਵਾਇਲੈਂਸ ਦੀਆਂ, ਔਰਤਾਂ ਦੇ ਉੱਤੇ ਜਿਹੜੀ ਕੁੱਟਮਾਰ ਹੈ ਜੀ ਉਹਦੀਆਂ ਆ ਰਹੀਆਂ ਨੇ। ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ 3 ਮਹੀਨਿਆਂ ਦੇ ਦੌਰਾਨ 99.33 ਦੇ ਮੁਕਾਬਲੇ 34% ਜਿਹੜੀ ਉਹ ਔਸਤ ਸੀਗੀ। ਔਰ ਕ੍ਰਾਈਮ ਅਗੇਂਸਟ ਵੂਮਨ ਦੇ ਵਿੱਚ ਪ੍ਰਤੀ ਦਿਨ ਵਾਧਾ 30% ਹੈ। ਔਰ ਇਹ ਬਹੁਤ ਵੱਡਾ ਜਿਹੜਾ ਜੀ ਉਹ ਵਾਧਾ ਕਿਹਾ ਜਾ ਸਕਦਾ। ਜਿਹੜੀ ਪੁਲਿਸ ਆ ਉਹ ਕਹਿੰਦੀ ਹੈ ਕਿ ਅਸੀਂ ਪੁਲਿਸ ਦੇ ਜਿਹੜੇ DSP ਲੈਵਲ ਦੇ ਨੇ ਜੀ, ਉਹਨਾਂ ਦੀ ਡਿਊਟੀ ਲਾਈ ਹੋਈ ਹੈ ਕਿ ਉਹ ਡੇਲੀ ਬੇਸਿਸ ਦੇ ਉੱਤੇ ਇਹਦੀ ਸੁਣਵਾਈ ਜਿਹੜੀ ਜੀ ਉਹ ਕਰਨ। ਇੱਥੇ ਜੇ ਹਸਪੀਟਲਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੀ ਸਰਕਾਰੀ ਹਸਪੀਟਲ ਨੇ ਉਹਦੇ ਵਿੱਚ ਵੀ ਕੁੱਟਮਾਰ ਦੇ ਜਿਹੜੇ ਜੀ ਉਹ ਕੇਸ ਆ ਰਹੇ ਨੇ। ਔਰ ਇਹਦੇ ਵਿੱਚ ਕਈ ਕੇਸ ਤਾਂ ਇਸ ਤਰ੍ਹਾਂ ਦੇ ਨੇ ਜਿਹਦੇ ਵਿੱਚ ਬਹੁਤ ਗੰਭੀਰ ਨੇ। ਰਜਿੰਦਰਾ ਹਸਪੀਟਲ ਦੇ ਵਿੱਚ, ਕਿਉਂਕਿ ਮੇਰੇ ਕੁਝ ਜਾਣਕਾਰ ਨੇ ਜੀ, ਡੇਲੀ ਉਹਨਾਂ ਦੇ ਨਾਲ ਕਈ ਵਾਰੀ ਗੱਲਬਾਤ ਹੁੰਦੀ ਹੈ ਜਿਹੜੀ ਇਹ ਜਾਣਕਾਰੀ ਲੈਣ ਦੇ ਵਾਸਤੇ ਕਿ ਉੱਥੋਂ ਦੀ ਕੀ ਸਿਚੁਏਸ਼ਨ ਹੈ ਅੰਦਰ ਦੀ, ਜਾਂ ਉੱਥੇ ਜਿਹੜਾ ਕਰੋਨਾ ਦੇ ਕਰਕੇ ਉੱਥੋਂ ਜਿਹੜਾ ਜੀ ਉਹ ਚੀਜ਼ਾਂ ਇਹ ਪਤਾ ਲੱਗਦੀਆਂ ਨੇ ਕਿ ਸੱਬਲ ਮਾਰਤਾ ਜਨਾਨੀ ਦੇ ਜਿਹੜਾ ਸਿਰ ਦੇ ਵਿੱਚ, ਔਰ ਗੰਭੀਰ ਹਾਲਾਤ
ਹਾਲਤ ਦੇ ਵਿੱਚ ਜਿਹੜੀ ਜੀ ਉੱਥੇ ਦਾਖਲ ਕਰਵਾਈ ਗਈ ਆ। ਫਿਰ ਉਹ ਫੋਨ ਤੇ ਪੁਲਿਸ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕਰ ਰਹੇ ਆ ਕਿ ਕੀ ਬਣੂਗਾ, ਕਿੰਨੀ ਧਾਰਾ ਜਿਹੜੀ ਸੱਬੜ ਚੁੱਕ ਕੇ ਜਿਹੜਾ ਜੀ ਉਹ ਮਾਰ ਦੇਣਾ। ਇਹ ਬਿਮਾਰ ਮਾਨਸਿਕਤਾ ਜਿਹੜੀ ਹੈ ਜੀ, ਜੋ ਮੈਂ ਸਟਾਰਟਿੰਗ 'ਚ ਕਿਹਾ ਸੀ, ਉਹ ਨਾ ਇਹਨੂੰ ਪਹਿਲਾਂ ਠੱਲ ਪਈ ਤੇ ਨਾ ਹੁਣ ਜਿਹੜੀ ਜੀ ਉਹ ਠੱਲ ਪਈ। ਕੋਈ ਇਹ ਕਵੇ ਕਿ ਕਰਫਿਊ ਕਰਕੇ ਉਹ ਪਰੇਸ਼ਾਨ ਸੀਗਾ, ਇਸ ਕਰਕੇ ਉਹਨੇ ਔਰਤ ਨੂੰ ਕੁੱਟ ਦਿੱਤਾ। ਮੇਰਾ ਤਾਂ ਖਿਆਲ ਇਹ ਐਕਸਕਿਊਜ਼ ਜਿਹੜਾ ਜੀ ਉਹ ਨਹੀਂ ਹੋ ਸਕਦਾ ਕਿ ਕਰਫਿਊ ਕਰਕੇ ਕੋਈ ਇਹ ਪਰੇਸ਼ਾਨ, ਉਹਨੇ ਆਪਣਾ ਸਿਰਫ ਕੰਧ 'ਚ ਕਿਉਂ ਨਹੀਂ ਮਾਰ ਲਿਆ ਜੀ, ਉਹ ਔਰਤ ਨੂੰ ਕਿਉਂ ਕੁੱਟਿਆ ਜੀ। ਇਹ ਮਾਨਸਿਕਤਾ ਜਿਹੜੀ ਵਰ੍ਹਿਆਂ ਤੋਂ ਚੱਲਦੀ ਹੁੰਦੀ ਹੈ ਤੇ ਅੱਜ ਵੀ ਉਦਾਂ ਹੀ ਹੈ। ਜੀ ਜੀ ਬਿਲਕੁਲ। ਇੱਕ ਤਾਂ ਜਿਹੜੇ ਤੁਸੀਂ ਹਥਿਆਰ ਦੱਸੇ ਆ ਨੇ ਆਮ ਘਰਾਂ ਦੇ ਵਿੱਚ ਪਏ ਆ, ਤੇ ਅੱਗੇ ਦਿੱਲੀ ਦੇ ਭਾਰਤ ਦੀ ਰਾਜਧਾਨੀ ਦੀ ਗੱਲ ਕਰੀਏ ਤਾਂ ਹਾਲਾਤ ਉੱਥੇ ਵੀ ਕੋਈ ਚੰਗੇ ਨਹੀਂ ਗੇ। ਬਿਲਕੁਲ ਜੀ, ਜਿਹੜੇ ਇਹ ਹੌਟ ਸਪੌਟ ਬਣੇ ਹੋਏ ਨੇ ਲਗਾਤਾਰ ਵੱਧ ਰਹੇ ਆ ਦਿੱਲੀ ਦੇ ਵਿੱਚ ਹੀ। ਮੰਡੀਆਂ ਖੁੱਲ੍ਹ ਗਈਆਂ, ਉਹਨਾਂ ਦਾ ਵੀ ਕਿਤੇ ਨਾ ਕਿਤੇ ਅਸਰ ਤਾਂ ਜਿਹੜਾ ਜੀ ਉਹ ਪੈ ਰਿਹਾ। ਜਿਹੜੇ ਇਹ ਹੌਟ ਸਪੌਟ ਨੇ ਜੀ 92 ਹੋ ਗਏ ਦਿੱਲੀ ਦੇ ਵਿੱਚ। ਔਰ ਜਿਹੜਾ ਸਾਊਥ ਵੈਸਟ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਜੀ, ਉਹਨਾਂ ਨੇ ਇਹ ਕਿਹਾ ਕਿ ਜਿਹੜੇ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਨੇ ਉਹਦੇ ਵਿੱਚ ਸਾਫ਼ ਹੈ ਕਿ ਕਿਸੇ ਵੀ ਕੰਟੇਨਮੈਂਟ ਜ਼ੋਨ ਦੇ ਵਿੱਚ ਕਰੋਨਾ ਪੋਜ਼ਿਟਿਵ ਮਰੀਜ਼ ਜਦੋਂ ਠੀਕ ਹੋ ਕੇ ਘਰ ਆਵੇ ਤਾਂ ਉਹਦੇ ਤੇ 28 ਦਿਨ ਬਾਅਦ ਪਾਬੰਦੀ ਜਿਹੜੀ ਹਟਾਈ ਜਾ ਸਕਦੀ ਹੈ। ਇਹਦੇ ਵਿੱਚ ਜੇ ਦੂਸਰਾ ਮਰੀਜ਼ ਕੋਈ ਇਸ ਕੰਟੇਨਮੈਂਟ ਜ਼ੋਨ ਦੇ ਵਿੱਚ ਆ ਜਾਂਦਾ ਤਾਂ ਫਿਰ ਉਹਦੇ ਨੈਗੇਟਿਵ ਆਉਣ ਦੇ 28 ਦਿਨ ਬਾਅਦ ਪਾਬੰਦੀ ਜਿਹੜੀ ਜੀ ਉਹ ਜਾਰੀ। ਹੁਣ ਜਿਹੜੀ ਦਿੱਲੀ ਦੀ ਸਮੱਸਿਆ ਹੈ ਜੀ, ਉਹ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਫਰੰਟ ਲਾਈਨ ਦੇ ਉੱਤੇ ਸਰਵਿਸਿਸ ਦੇਣ ਵਾਲੇ ਡਾਕਟਰ, ਨਰਸਿਸ, ਪੁਲਿਸ, ਰਾਸ਼ਨ ਵਾਲੀਆਂ ਦੁਕਾਨਾਂ ਵਾਲੇ, ਜਨਰਲ ਸਟੋਰ ਜਿਹੜੇ ਚਲਾਉਣ ਵਾਲੇ ਲੋਕ ਨੇ, ਉਹਨਾਂ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਪੋਜ਼ਿਟਿਵ ਆਉਣ ਦੇ ਕਰਕੇ ਮੁਸ਼ਕਲਾਂ ਜਿਹੜੀਆਂ ਜੀ ਉਹ ਪ੍ਰਸ਼ਾਸਨ ਦੀਆਂ ਵੱਧ ਰਹੀਆਂ ਨੇ। ਦਿੱਲੀ ਦੇ DM ਜਿਹੜੇ ਨੇ ਜੀ, ਉਹ ਕਹਿੰਦੇ ਨੇ ਕਿ ਜਿਹੜੇ ਨਾਨ COVID-19 ਹਸਪੀਟਲ ਦੇ ਹੈਲਥ ਵਰਕਰਸ ਦੇ ਵਿੱਚ ਕਰੋਨਾ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਆ। ਔਰ ਹਸਪਤਾਲ ਦੇ ਵਿੱਚ ਵਿਭਾਗ ਜਿਹੜੇ ਆ ਜੀ, ਉਹਨਾਂ ਨੂੰ ਨਾਨ COVID-19 ਹਸਪੀਟਲ ਜਿੱਥੇ ਇਹਨਾਂ ਮਰੀਜ਼ਾਂ ਦਾ ਇਲਾਜ ਨਹੀਂ ਹੁੰਦਾ, ਉਹਦੇ ਸਟਾਫ ਦੀ ਸੁਰੱਖਿਆ ਦੇ ਵਾਸਤੇ ਵੀ ਜਿਹੜਾ ਜੀ ਉਹ 2-4 ਹੋਣਾ ਪੈ ਰਿਹਾ ਜੀ। ਦਿੱਲੀ ਦੇ ਵਿੱਚ ਫਰੰਟ ਲਾਈਨ ਸਰਵਿਸਿਸ ਦੇ ਨਾਲ ਜੁੜੇ ਹੋਏ ਜਿਹੜਾ ਹਸਪੀਟਲ ਇੱਕ ਬਾਬੂ ਜਗਜੀਵਨ ਰਾਮ ਹਸਪੀਟਲ ਹੈ, ਉੱਥੇ ਸਟਾਫ ਦੀ 3 ਜਣਿਆਂ ਦੀ ਫਿਰ ਰਿਪੋਰਟ ਜਿਹੜੀ ਹੈ ਜੀ ਉਹ ਪੋਜ਼ਿਟਿਵ ਆਈ ਹੈ। ਜਹਾਂਗੀਰੀਪੁਰੀ ਦੇ ਵਿੱਚ ਕੰਟੇਨਮੈਂਟ ਜ਼ੋਨ ਦੇ ਵਿੱਚ ਜਿਹੜਾ ਜੀ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਆ। ਦੱਖਣੀ ਦਿੱਲੀ ਦੇ ਵਿੱਚ ਸੁਚੇਤਾ ਕਿਰਪਲਾਨੀ ਹਸਪੀਟਲ ਹੈ ਜੀ, ਔਰ ਇਹਦੇ ਨਾਲ ਨਾਲ ਜਿਹੜੇ ਕੁਛ ਹੋਰ ਹਸਪੀਟਲ ਨੇ, ਲਾਡੋ ਸਰਾਏ, ਮਹਿਰੌਲੀ, ਚੰਦਨ ਹੋਲਾ, ਉਹਨਾਂ ਦੇ ਵਿੱਚ ਵੀ 6 ਨਰਸਾਂ ਜਿਹੜੀਆਂ ਨੇ ਜੀ ਉਹ ਪੋਜ਼ਿਟਿਵ ਪਾਈਆਂ ਗਈਆਂ ਨੇ ਜੀ। ਔਰ ਲਾਡੋ ਸਰਾਏ ਦੇ ਵਿੱਚ 2, ਮਹਿਰੌਲੀ ਦੇ ਵਿੱਚ 1 ਕੰਟੇਨਮੈਂਟ ਨਰਸ ਜਿਹੜੀ ਆ ਉਹ ਪੋਜ਼ਿਟਿਵ ਪਾਏ ਗਏ। ਰਾਮਨਗਰ ਈਸਟ ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਨੇ ਜੀ, ਉੱਥੇ ਵੀ 6 ਪੁਲਿਸ ਵਾਲੇ ਜਿਹੜੇ ਆ ਉਹ ਪੋਜ਼ਿਟਿਵ ਜਿਹੜਾ ਉਹ ਪਾਏ ਗਏ ਆ। ਸ਼ਾਹਦਰਾ ਜ਼ਿਲ੍ਹੇ ਦੇ ਵਿੱਚ ਜਨਰਲ ਸਟੋਰ ਇੱਕ ਚਲਾਉਣ ਵਾਲਾ ਜਿਹੜਾ ਜੀ, ਉਹਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ। ਹੁਣ ਉਹਦੇ ਪਰਿਵਾਰ ਦੇ 6 ਜਾਣੇ ਜਿਹੜੇ ਨੇ ਉਹਨਾਂ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਆ। ਔਰ ਨਾਨ COVID-19 ਹਸਪੀਟਲਾਂ ਦੇ ਵਿੱਚ ਕੇਸ ਆਉਣ ਕਰਕੇ ਇਹ ਜਿਹੜੀਆਂ ਜੀ ਉਹ ਚਿੰਤਾਵਾਂ ਵੱਧ ਗਈਆਂ ਨੇ। ਜਿਹੜੇ ਇੱਥੇ ਹਸਪੀਟਲ ਨੇ, ਡਾਕਟਰ ਬਾਬਾ ਸਾਹਿਬ ਅੰਬੇਦਕਰ ਹਸਪੀਟਲ, ਬਾਬੂ ਜਗਜੀਵਨ ਰਾਮ ਹਸਪੀਟਲ, ਸਟੇਟ ਕੈਂਸਰ ਇੰਸਟੀਚਿਊਟ, ਸੁਚੇਤਾ ਕਿਰਪਲਾਨੀ ਹਸਪੀਟਲ, ਮਹਾਰਾਜਾ ਅਗਰਸੇਨ ਹਸਪੀਟਲ, ਸ਼ਾਂਤੀ ਮੁਕੰਦ ਹਸਪੀਟਲ, ਇੱਥੇ ਵੀ ਜਿਹੜੇ ਜੀ ਉਹ ਕਰੋਨਾ ਪੋਜ਼ਿਟਿਵ ਦੇ ਕੇਸ ਜਿਹੜੇ ਉਹ ਸਾਹਮਣੇ ਆਏ ਆ ਜੀ। ਔਰ ਹੁਣ ਜਿਹੜੇ ਇੱਥੋਂ ਦੇ ਹੈਗੇ ਨੇ ਉਪ ਰਾਜਪਾਲ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੀ ਵੀ ਵਿਸ਼ੇਸ਼ ਜਾਂਚ ਜਿਹੜੀ ਕੀਤੀ ਜਾਵੇ, ਕਿਉਂਕਿ ਉਹ ਵੀ ਫਰੰਟ ਦੇ ਉੱਤੇ ਲੜ ਰਹੇ ਆ। ਔਰ ਉਹਨਾਂ ਦੇ ਕੇਸਾਂ ਦੇ ਵਿੱਚ ਵਾਧਾ ਹੋਣਾ ਮਤਲਬ ਇਹ ਕਿ ਹੋਰ ਲੋਕਾਂ ਦੇ ਵਾਸਤੇ ਕਿਤੇ ਨਾ ਕਿਤੇ ਵੱਡੀ ਮੁਸ਼ਕਲ ਖੜੀ ਹੋਣੀ। ਬਿਲਕੁਲ ਜੀ, ਬਹੁਤ ਜ਼ਿਆਦਾ ਵੱਡੀ ਹੈਗੀ ਹੈ ਮੁਸ਼ਕਲ ਤਾਂ ਇਹ। ਤੇ ਅੱਗੇ ਵਰਲਡ ਬੈਂਕ ਦੀ ਜੇ ਗੱਲ ਕਰੀਏ ਅਖੀਰ ਦੇ ਵਿੱਚ, ਤੇ ਉਸਨੇ ਵੀ ਕਿਹਾ ਕਿ ਪ੍ਰਵਾਸੀਆਂ ਦਾ ਹੁਣ ਪੈਸਾ ਆ ਘੱਟ ਹੀ ਆਵੇਗਾ। ਬਿਲਕੁਲ ਜੀ, ਵਰਲਡ ਬੈਂਕ ਨੇ ਇਹ ਗੱਲ ਕਹੀ ਆ ਕਿ ਵਿਦੇਸ਼ਾਂ ਦੇ ਵਿੱਚ ਵਸੇ ਜਿਹੜੇ ਪ੍ਰਵਾਸੀ ਨੇ ਉਹ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਵਾਪਸ ਮੁਲਕ ਭੇਜਦੇ ਆ। ਇਹ COVID-19 ਮਹਾਮਾਰੀ ਦੇ ਕਰਕੇ ਮੌਜੂਦਾ ਸਾਲ ਦੇ ਵਿੱਚ ਇਹ ਪੈਸਾ 23% ਦੇ ਨਿਗਾਰ ਦੇ ਨਾਲ ਘਟ ਕੇ 64 ਅਰਬ ਅਮਰੀਕਨ ਡਾਲਰ ਰਹਿ ਜਾਊਗਾ। ਪਿਛਲੇ ਸਾਲ ਇਹ ਅੰਕੜਾ 83 ਅਰਬ ਅਮਰੀਕਨ ਡਾਲਰ ਸੀਗਾ ਜੀ। ਇਹ ਜਿਹੜਾ ਵਰਲਡ ਬੈਂਕ ਆ ਉਹਨੇ ਆਪਣੀ ਰਿਪੋਰਟ ਦੇ ਵਿੱਚ ਇਹਦਾ ਖੁਲਾਸਾ ਕੀਤਾ। ਔਰ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਕਰੋਨਾ ਵਾਇਰਸ ਦੀ ਮਹਾਮਾਰੀ
ਤੇ ਮਗਰੋਂ ਲੋਕਡਾਊਨ ਕਰਕੇ ਦਰਪੇਸ਼ ਜਿਹੜੀਆਂ ਆਰਥਿਕ ਮੁਸ਼ਕਲਾਂ ਆ ਰਹੀਆਂ ਨੇ ਉਹਦੇ ਕਰਕੇ ਜਿਹੜੇ ਪ੍ਰਵਾਸੀ ਭਾਰਤੀ ਜਿਹੜੇ ਕਾਮੇ ਨੇ ਉਹਨਾਂ ਦਾ ਰੁਜ਼ਗਾਰ ਖੁੱਸਣ ਕਰਕੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਹੋਣ ਵਾਲੀ ਕਟੌਤੀ ਕਰਕੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਅੰਕੜਾ 20% ਤੱਕ ਡਿੱਗ ਸਕਦਾ। ਵਰਲਡ ਬੈਂਕ ਗਰੁੱਪ ਦੇ ਜਿਹੜੇ ਬੁਲਾਰੇ ਨੇ ਉਹਨੇ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਪ੍ਰਵਾਸੀ ਕਾਮਿਆਂ ਦੇ ਵੱਲੋਂ ਆਪਣੀ ਕਮਾਈ ਚੋਂ ਵਾਪਸ ਆਪਣੇ ਮੁਲਕ ਭੇਜਿਆ ਜਾਂਦਾ ਪੈਸਾ ਜਿਹੜਾ ਉਹ ਵਿਕਾਸਸ਼ੀਲ ਮੁਲਕਾਂ ਦੇ ਵਾਸਤੇ ਆਮਦਨ ਦਾ ਅਹਿਮ ਸਰੋਤ ਹੈ। ਔਰ ਇਹ ਕਿਹਾ ਗਿਆ ਕਿ COVID-19 ਕਰਕੇ ਆਈ ਜਿਹੜਾ ਇਹ ਮੰਦਵਾੜਾ ਸ਼ੁਰੂ ਹੋ ਗਿਆ ਜੀ ਰਿਸੈਸ਼ਨ ਜਿਹੜਾ ਉਹਦੇ ਨਾਲ ਪ੍ਰਵਾਸੀਆਂ ਦੀ ਵਾਪਸ ਆਪਣੇ ਘਰਾਂ ਨੂੰ ਪੈਸੇ ਭੇਜਣ ਦੀ ਸਮਰੱਥਾ ਨੂੰ ਵੱਡੀ ਮਾਰ ਜਿਹੜੀ ਉਹ ਪਊਗੀ। ਔਰ ਇਹ ਵੀ ਕਿਹਾ ਗਿਆ ਕਿ ਪ੍ਰਵਾਸੀਆਂ ਦੇ ਵੱਲੋਂ ਭੇਜੇ ਪੈਸੇ ਉਹਨਾਂ ਦੇ ਪਰਿਵਾਰਾਂ ਨੂੰ ਨਾ ਸਿਰਫ ਰੋਟੀ ਪਾਣੀ ਬਲਕਿ ਸਿਹਤ ਸੰਭਾਲ ਤੇ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਵਿੱਚ ਮਦਦ ਕਰਦੇ ਆ। ਯੂਰਪ ਤੇ ਕੇਂਦਰੀ ਏਸ਼ੀਆ ਦੇ ਵਿੱਚ 27.5%, ਸਹਾਰਾ ਅਫਰੀਕਾ ਦੇ ਵਿੱਚ 23.1%, 10.1%, ਮੱਧ ਪੂਰਬ ਤੇ ਉੱਤਰੀ ਅਫਰੀਕਾ ਦੇ ਵਿੱਚ 19.6%, ਲੈਟਿਨ ਅਮਰੀਕਾ ਤੇ ਕੈਰੇਬੀਅਨ ਦੇ ਵਿੱਚ 19.3% ਤੇ ਪੂਰਬੀ ਏਸ਼ੀਆ ਦੇ ਖਿੱਤੇ ਦੇ ਵਿੱਚ 1.3% ਦਾ ਡਾਊਨ ਜਿਹੜਾ ਜੀ ਉਹ ਜਾਊਗਾ। ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੱਲ ਹੈ। ਜੇ ਆਪਾਂ ਪੰਜਾਬ ਦੇ ਨਾਲ ਇਹਨੂੰ ਜੋੜ ਕੇ ਦੇਖੀਏ ਤੇ ਪੰਜਾਬ ਦੀ ਸਥਿਤੀ ਜਿਹੜੀ ਹੈ ਜੀ ਉਹ ਇਹਦੇ ਤੋਂ ਬਿਲਕੁਲ ਉਲਟ ਹੋਊਗੀ। ਉਲਟ ਇਹ ਨਹੀਂ ਕਿ ਇੱਥੇ ਪੈਸੇ ਬਹੁਤ ਆਉਣਗੇ ਬਲਕਿ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੋਂ ਜਿਹੜੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਨ ਲਈ ਗਏ ਆ ਤੇ ਜਿਹੜਾ ਰੁਪਈਏ ਦਾ ਉਹ ਨਿਗਾਰ ਆਇਆ ਉਹ ਸਭ ਨੂੰ ਪਤਾ ਹੈ ਕਿ ਕਿੰਨਾ ਜਿਹੜਾ ਜੀ ਉਹ ਆਇਆ। ਤੇ ਜਦੋਂ ਉੱਥੇ ਸਟੂਡੈਂਟ ਦੇ ਕੋਲੇ ਕੰਮ ਨਹੀਂ ਹੈਗਾ, ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਨੇ, ਕੈਨੇਡਾ ਦੀ ਸਰਕਾਰ ਹਾਲ ਦੀ ਘੜੀ ਇਹਨਾਂ ਸਟੂਡੈਂਟਸ ਦੀ ਮਦਦ ਕਰ ਰਹੀ ਹੈ। ਪਰ ਇਹ ਮਦਦ ਦੇਖੋ ਲੰਬੀ ਤਾਂ ਨਹੀਂ ਨਾ ਚੱਲਣੀ, ਇਹ ਤਾਂ ਨਹੀਂ ਹੈਗਾ ਕਿ ਉਹ ਸਾਲ ਚੱਲੀ ਜਾਊਗੀ। ਇਹ ਟੈਂਪਰੇਰੀ ਜਿਹੜੀ ਉਹ ਰਿਲੀਫ ਹੈ ਤੇ ਨਾ ਛੇਤੀ ਕੀਤੀਆਂ ਜਿਹੜੀਆਂ ਜੀ ਉਹ ਜੌਬਸ ਪਹਿਲਾਂ ਵਾਂਗੂ ਹੋਣੀਆਂ ਨੇ। ਫਿਰ ਮਾਪਿਆਂ ਨੂੰ ਜਿਹੜੇ ਜੀ ਪੈਸੇ ਇੱਥੋਂ ਭੇਜਣੇ ਪੈਣੇ ਆ। ਜਦੋਂ ਇੱਥੋਂ ਪੈਸੇ ਜਾਣੇ ਆ ਉਹ ਰੁਪਈਆ ਜਿਹੜਾ ਜੀ ਉਹ ਡਾਊਨ ਹੈ ਤੇ ਇੱਥੋਂ ਜਿਹੜਾ ਪੈਸਾ ਹੋਰ ਵੱਡੇ ਪੱਧਰ ਦੇ ਉੱਤੇ ਨਿਕਲੂਗਾ। ਬਿਲਕੁਲ ਸਹੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।